श्री नानक अंगद गुरु अमरदास पद बंद। रामदास अर्जन गुरु बार श्री हर गोबिंद। हरि राय हर कृष्ण गुर तेग बहादुर चंद। दसवें गोबिंद सिंह गुरु नमो चरण अरविंद। जिसमें अमृत ज्ञान है माणक भगत वैराग। श्री गुरु ग्रंथ साहिब उदत बंदों कर अनुराग। श्री गुरु शब्द कमाए जिन जीते पंच विकार। तिन संतन को बंदना सिर चरणन पर तार। एक अंकारा सतगुरु ते प्रसाद सच होए। वाहिगुरु जी की फतेह विघ्न विनाशन सोए। एक अंकारा सतगुरु ते प्रसाद सच होए। वाहिगुरु जी की फतेह विघ्न विनाशन सोए। सतनाम श्री वाहिगुरु साहिब जी। इस निसमह विश्राम कर दुखत मात लख दोए। कह धीरज के बाक पुन ढिग कृपाल थिर होए। तिस निसमह विश्राम कर दुखत मात लख दोए। वाहिगुरु जी का खालसा वाहिगुरु जी की फतेह। धन धन ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ ਨਾਵੇਂ ਪਾਤਸ਼ਾਹ ਧਰਮ ਰੱਖਿਅਕ ਡੁੱਬਦੇ ਬੇੜੇ ਬੰਨੇ ਲਾਉਣ ਹਾਰੇ ਸ਼ਹੀਦ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਰਮ ਪਵਿੱਤਰ ਬੰਦਗੀ ਅਸਥਾਨਾਂ ਤੇ ਹਾਜ਼ਰੀਆਂ ਭਰ ਰਹੇ, ਦਰਸ਼ਨ ਦੀਦਾਰੇ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ। ਸਤਿਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਸਾਨੂੰ ਇਹ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ ਨੇ। ਚੱਲ ਰਹੇ ਲੜੀਵਾਰ ਇਤਿਹਾਸ ਦੇ ਕਥਾ ਪ੍ਰਸੰਗ ਪਿਛਲੇ ਸਮੇਂ 'ਚ ਆਪਾਂ ਇੱਥੋਂ ਤੱਕ ਕਹੇ ਸੁਣੇ ਹਨ ਵੀ ਬਾਲ ਸਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ ਲਖਨੌਰ ਸਾਹਿਬ ਵਿਖੇ ਵਿਰਾਜਮਾਨ ਨੇ। ਇੱਥੇ ਸਤਿਗੁਰੂ ਸਾਹਿਬ ਜੀ ਦੇ ਵਾਸਤੇ ਜਦੋਂ ਆਨੰਦਪੁਰੋਂ ਘੋੜਾ ਲੈ ਕੇ ਨੀਲਾ ਆਏ ਮਾਮਾ ਕਿਰਪਾਲ ਚੰਦ ਜੀ, ਉਸ ਘੋੜੇ ਤੇ ਸਵਾਰ ਹੋ ਕੇ ਬਾਹਰ ਜੰਗਲ ਦੇ ਵਿੱਚ ਸੈਰ ਕਰਨ ਦੇ ਲਈ, ਸ਼ਿਕਾਰ ਖੇਡਣ ਲਈ ਸਤਿਗੁਰੂ ਗਏ। ਕੁਝ ਦਿਨ ਘੋੜੇ ਦੇ ਉੱਤੇ ਸੈਰ ਕਰਦੇ ਰਹੇ। ਇੱਕ ਦਿਨ ਘੋਗੇ ਮਸੰਦ ਨੇ ਕਿਹਾ, ਮਹਾਰਾਜ ਮੇਰੇ ਘਰੇ ਆ। ਉਹਦੇ ਨਗਰ ਨੂੰ ਚੱਲ ਪਏ। ਨਗਰ ਚੋਂ ਬਜ਼ੁਰਗ ਗੁਰਸਿੱਖ ਨੇ ਦੱਸਿਆ ਵੀ ਇਹ ਤਾਂ ਘੋਗਾ ਮਸੰਦ ਬੜਾ ਪਾਪੀ ਹੈ, ਵੀ ਇਹਨੇ ਗੁਰੂ ਘਰ ਦੇ ਵਿੱਚੋਂ ਦਾਸੀ ਨੂੰ ਭਰਮਾ ਕੇ ਲੈ ਆਇਆ। ਇਹ ਸੁਣ ਕੇ ਮਹਾਰਾਜ ਨਾਰਾਜ਼ ਹੋਏ। ਕਹਿੰਦੇ ਵੀ ਕੋਈ ਕਰਮ ਕੀਤਾ ਹੈ, ਤੇਰੀ ਬੰਸ ਨਹੀਂ ਚੱਲੇਗੀ, ਨਾਸ ਹੋਏਗਾ ਤੇਰਾ ਸਭ ਕੁਝ, ਜੋ ਐਸਾ ਤੂੰ ਗੁਨਾਹ ਕੀਤਾ। ਇੱਥੋਂ ਮਹਾਰਾਜ ਜੀ ਅੰਬਾਲੇ ਵੱਲ ਨੂੰ ਚਲੇ ਗਏ।
ਬਾਦਸ਼ਾਹੀ ਬਾਗ ਅਸਥਾਨ ਤੇ ਸਤਿਗੁਰਾਂ ਕੌਤਕ ਕੀਤਾ। ਉਹ ਚਿੜੀ ਦੇ ਕੋਲੋਂ ਬਾਜ ਨੂੰ ਸਤਿਗੁਰੂ ਸਾਹਿਬ ਨੇ ਮਰਵਾਇਆ। ਨਵੀਂ ਖੇਡ ਕੀਤੀ ਵੀ ਚਿੜੀਆਂ ਦੇ ਕੋਲੋਂ ਬਾਜ ਤੜਾਉਣ ਤੋਂ ਭਾਵ ਜਿਹੜੇ ਮਜ਼ਲੂਮ ਹਨ ਹਾਕਮਾਂ ਦੀਆਂ, ਕਹਿੰਦੇ ਵੀ ਹੁਣ ਗਰਦਨਾਂ ਮਰੋੜਨਗੇ, ਇਹਨਾਂ ਦਾ ਜ਼ੁਲਮ ਨਹੀਂ ਝੱਲਣਗੇ। ਵਾਪਸ ਆਏ ਨੇ ਮਹਾਰਾਜ ਲਖਨੌਰ। ਇੱਕ ਦਿਨ ਫੇਰ ਸ਼ਿਕਾਰ ਖੇਡਣ ਗਏ। ਬਾਰ-ਬਾਰ ਜੇ ਖਲੋ ਗਏ ਇੱਕ ਨਗਰ ਤੇ, ਉੱਥੇ ਇੱਕ ਰੰਗੜ ਤੇ ਉਹਦਾ ਸੇਵਕ ਰਾਜਾ ਸਿੱਖ ਆਏ। ਉਹਨਾਂ ਮਹਾਰਾਜ ਦੇ ਦਰਸ਼ਨ ਕੀਤੇ, 5 ਤੀਰ ਸਤਿਗੁਰਾਂ ਨੂੰ ਭੇਟਾ ਕੀਤੇ। ਫਿਰ ਸਤਿਗੁਰੂ ਗਰੀਬ ਨਿਵਾਸ ਸਾਹਿਬ ਜੀ ਕਹਿਣ ਲੱਗੇ ਵੀ ਮਾਤਾ ਜੀ ਆਪਾਂ ਹੁਣ ਆਨੰਦਪੁਰ ਚੱਲੀਏ, ਇੱਥੇ ਸਾਨੂੰ ਰਹਿਣਾ ਹੁਣ ਭਾਉਂਦਾ ਨਹੀਂ ਹੈ। ਤੇ ਜੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਕੋਈ ਚਿੰਤਾ ਕਰੋ ਤਾਂ ਚਿੰਤਾ ਦੀ ਲੋੜ ਨਹੀਂ। ਉਹ ਸਮਰੱਥ ਨੇ, ਉਹਨਾਂ ਨੂੰ ਕੋਈ ਕੈਦ ਕਰ ਸਕਦਾ ਹੈ। ਉਹ ਤਾਂ ਆਪ ਹੀ ਆਪਣੀ ਖੇਡ ਵਰਤਾਉਣ ਵਾਸਤੇ ਗਏ ਹਨ। ਜੇ ਸਿੱਖ ਛੁੱਟ ਕੇ ਆ ਸਕਦੇ ਨੇ ਕੈਦ ਵਿੱਚੋਂ, ਇਹਨਾਂ ਸਿੱਖਾਂ ਨੂੰ ਭੇਜ ਸਕਦੇ ਆ ਜਿਹੜੇ ਆਪਣੇ ਕੋ ਮਾਤਾ ਜੀ ਸੁਨੇਹਾ ਲੈ ਕੇ ਆਏ। ਤਾਂ ਸਤਿਗੁਰੂ ਸਾਹਿਬ ਆਪ ਵੀ ਆ ਸਕਦੇ ਨੇ, ਪਰ ਉਹਨਾਂ ਨੇ ਕੌਤਕ ਰਚਨਾ ਹੈ। ਇਸ ਕਰਕੇ ਗੁਰੂ ਦੀ ਕਰਨੀ ਤੇ ਨਾ ਸ਼ੰਕਾ ਕਰੋ। ਮਹਾਰਾਜ ਸਮਰੱਥ ਨੇ, ਉਹਨਾਂ ਦੇ ਭਾਣੇ ਜੋ ਉਹਨਾਂ ਦੇ ਹੁਕਮ ਵਿੱਚ ਚੱਲੋ। ਐਵੇਂ ਮਹਾਰਾਜ ਨੇ ਦੋਵਾਂ ਮਾਤਾਵਾਂ ਨੂੰ ਵੀ ਸਮਝਾਇਆ ਹੈ। ਮਾਤਾ ਕਹਿੰਦੀ ਹੈ ਵੀ ਸਾਡਾ ਚਿੱਤ ਤਾਂ ਨਹੀਂ ਕਰਦਾ ਹਾਲਾਂ, ਪਰ ਤੁਹਾਡੀ ਮਰਜ਼ੀ ਦੇ ਅੱਗੇ ਅਸੀਂ ਕੁਝ ਕਹਿ ਨਹੀਂ ਸਕਦੇ। ਐਵੇਂ ਸਾਧ ਸੰਗਤ ਆਨੰਦਪੁਰ ਸਾਹਿਬ ਨੂੰ ਚੱਲਣ ਵਾਸਤੇ ਤਿਆਰੀ ਦਾ ਹੁਕਮ ਸੁਣਾ ਦਿੱਤਾ। ਜਿਹੜੇ ਸਿੱਖ ਸੇਵਕ ਆਏ ਸੀ ਆਨੰਦਪੁਰੋਂ, ਉਹਨਾਂ ਆਪੋ ਆਪਣੇ ਵਾਹਨ ਤਿਆਰ ਕਰ ਲਏ ਨੇ। ਜਿਵੇਂ ਹੁਣ ਲਖਨੌਰ ਤੋਂ ਚੱਲ ਕੇ ਮਹਾਰਾਜ ਕੀਰਤਪੁਰ ਸਾਹਿਬ ਤੋਂ ਹੁੰਦਿਆਂ ਆਨੰਦਪੁਰ ਸਾਹਿਬ ਪਹੁੰਚਦੇ ਹਨ। ਇਹ ਕਥਾ ਮਹਾਰਾਜ ਸਾਹਿਬ ਦੇ ਆਨੰਦਪੁਰ ਪਹੁੰਚਣ ਦੀ ਆਪਾਂ ਸਰਵਣ ਕਰਾਂਗੇ। ਆਓ ਸਾਹਿਬ ਗੁਰੂ ਕਲਗੀਧਰ ਸਾਹਿਬ ਜੀ ਦੇ ਬਾਲ ਸਰੂਪ ਦਾ ਧਿਆਨ ਧਾਰੀਏ। ਰਸਨਾ ਕਰੋ ਪਵਿੱਤਰ ਸਾਰੀ ਹੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਿਸ ਨੇ ਸਮਹਿ ਬਿਸਰਾਮ ਕਰ। ਹਾਂ, ਜਿੱਦਣ ਗੁਰੂ ਕਲਗੀਧਰ ਸਾਹਿਬ ਜੀ ਕਹਿੰਦੇ ਨੇ ਮਾਤਾ ਜੀ ਆਪਾਂ ਸਵੇਰੇ ਆਨੰਦਪੁਰ ਸਾਹਿਬ ਜਾਣਾ ਹੈ। ਜੋ ਜੋ ਕਿਸੇ ਨੂੰ ਸਾਜੋ ਸਮਾਨ ਚਾਹੀਦਾ ਸੀ ਉਹਨੇ ਸੰਭਾਲ ਲਿਆ। ਹਰ ਇੱਕ ਨੇ ਚੰਗੀ ਤਰ੍ਹਾਂ ਆਪਣੇ ਘੋੜਿਆਂ ਦੇ ਖਰਕਣਾ ਫੇਰਿਆ, ਤਿਆਰ ਕੀਤਾ। ਦਾਣੇ ਤਾਂ ਘਾਹ ਪੱਠਾ ਚਾਰਿਆ, ਨਿਹਾਰੀਆਂ ਖਵਾਈਆਂ, ਕਿਉਂਕਿ ਸਫ਼ਰ 'ਚ ਜਾਣਾ ਹੈ। ਜਦੋਂ ਵਿਸ਼ਰਾਮ ਕਰਨ ਲੱਗੇ ਨੇ ਮਹਾਰਾਜ ਪਲੰਗੇ ਤੇ ਜਾ ਕੇ ਦੁਖ ਤਮਾਤ ਲਖ ਦੋਏ। ਕੀ ਵੇਖਦੇ ਨੇ ਮਹਾਰਾਜ ਵੀ ਸਾਡੀ ਦਾਦੀ ਮਾਂ ਮਾਤਾ ਨਾਨਕੀ ਜੀ ਤੇ ਸਾਡੀ ਜਨਮਦਾਤੀ ਮਾਤਾ ਗੁਜਰੀ ਜੀ ਦੋਵੇਂ ਹੀ ਦੁਖੀ ਹਨ। ਕਹਿ ਧੀਰਜ ਕੇ ਬਾਕ ਪੁਨ। ਮਹਾਰਾਜ ਸਾਹਿਬ ਆਪਣੀਆਂ ਮਾਤਾਵਾਂ ਦੇ ਦੁੱਖ ਨੂੰ ਕੱਟਣ ਵਾਸਤੇ ਧੀਰਜ ਦੇ ਬਚਨ ਕਹਿੰਦੇ ਹਨ। ਏਕ ਕਿਰਪਾਲ ਥਿਰ ਹੋਏ। ਕਿਰਪਾਲੂ ਸਤਿਗੁਰੂ ਜੀ ਕੋਲ ਖਲੋਗੇ। ਹੇ ਦਾਦੀ ਮਾਤਾ ਜੀ, ਹੇ ਸਾਡੀ ਮਾਂ ਜੀ, ਤੁਸੀਂ ਕਾਹਦੇ ਵਾਸਤੇ ਇਹਨਾਂ ਦੁੱਖ ਮਨਾਉਂਦੇ ਹੋ, ਚਿੰਤਾ ਕਾਹਦੀ ਕਰਦੇ ਹੋ? ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਚਾਉ ਪਾਈ ਅਤ ਸਮਰੱਥ ਜੁਤ ਪਿਤਾ ਹਮਾਰੇ। ਸਾਡੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਮਰੱਥ ਨੇ, ਸਾਰੀਆਂ ਸ਼ਕਤੀਆਂ ਉਹਨਾਂ ਦੇ ਕੋਲ ਹਨ। ਚਾਹੇ ਸੋ ਰਚ ਹੈ ਨਾ ਲਗ ਹੈ ਆਵਾਰੇ। ਉਹ ਜੋ ਚਾਹਣ ਉਹੀ ਰਚਨਾ ਰਚ ਸਕਦੇ ਆ। ਉਹਨਾਂ ਨੂੰ ਕੋਈ ਦੇਰ ਥੋੜਾ ਲੱਗਣੀ ਹੈ, ਕੁਝ ਰਚਨਾ ਰਚਦੇ ਆ। ਗੁਰੂ ਤੇਗ ਬਹਾਦਰ ਸਾਹਿਬ ਨੂੰ ਤੁਰ ਕੇਸਰ ਕੇ ਜੁਤ ਸਭ ਕੋ ਤੁਰ ਕੇਸ਼ਰ ਜੁਤ ਸਭ ਤੁਰ ਕੰਨ ਹੈ। ਕਹਿੰਦੇ ਵੀ ਤੁਰਕਾਂ ਦੇ ਸਮੇਤ ਤੇ ਜਿਹੜਾ ਔਰੰਗਜ਼ੇਬ ਬਾਦਸ਼ਾਹ ਹੈ ਇਹ ਤੁਰਕੇਸ਼ਰ ਤੇ ਇਹਦੇ ਸਮੇਤ ਜਿੰਨੇ ਵੀ ਤੁਰਕ ਫੌਜਾਂ ਹਨ
ਜੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਚਾਹਣ। ਏਕ ਬਾਗ ਤੇ ਤਤ ਸਿਨਹਾਨੇ। ਮਹਾਰਾਜ ਦਸਮ ਪਾਤਸ਼ਾਹ ਆਪਣੀਆਂ ਮਾਤਾਵਾਂ ਨੂੰ ਕਹਿੰਦੇ, ਮਾਤਾ ਜੀ ਜੇ ਸਾਡੇ ਪਿਤਾ ਸਤਿਗੁਰੂ ਜੀ ਚਾਹਣ ਨਾ ਇੱਕੋ ਬਚਨ ਕਰਕੇ ਸਭ ਤੁਰਕਾਂ ਦਾ ਹੀ ਨਾਸ਼ ਕਰ ਦੇਣ। ਗੁਰ ਕੀ ਬਾਤ ਕਹਾਂ ਸੋ ਕਹੈ। ਆ ਦੱਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਕਤੀ ਦੀ ਗੱਲ ਅਸੀਂ ਮਹਾਰਾਜ ਕਹਿੰਦੇ ਕੀ ਤੁਹਾਨੂੰ ਕਹਿ ਕੇ ਦੱਸੀ ਹੈ। ਤਿਨ ਕੇ ਦਾਸਨ ਦਾਸ ਜੋ ਹੈ। ਸਤਿਗੁਰੂ ਮਹਾਰਾਜ ਸਾਹਿਬ ਦੇ ਤਾਂ ਜਿਹੜੇ ਦਾਸ ਨੇ ਸੇਵਕ, ਤੇ ਉਹਨਾਂ ਦੇ ਵੀ ਅੱਗੇ ਜਿਹੜੇ ਸੇਵਕ ਹਨ। ਸਭ ਸਲਤਨਨ ਕੋ ਕਰਹਿ ਬਿਨਾਸ਼। ਉਹਨਾਂ ਜੀ ਦਾਸਾਂ ਦੇ ਦਾਸਾਂ ਜੀ ਇੰਨੀ ਸ਼ਕਤੀ ਹੈ ਵੀ ਸਭ ਸਲਤਨਤ ਸਭ ਰਾਜ ਭਾਗ ਔਰੰਗੇ ਦਾ ਨਾਸ਼ ਕਰ ਸਕਦੇ ਹਨ। ਓਹੇ ਏਕ ਹੀ ਜਾਨ ਹੋ ਤਾਸ। ਆ ਕਹਿੰਦੇ ਵੀ ਜਿਹੜੇ ਦਾਸ ਨੇ ਨਾ, ਇੱਕ ਦਾਸ ਹੀ ਕੋਈ ਗੁਰੂ ਘਰ ਦਾ, ਉਹ ਵੀ ਅੱਗ ਦੇ ਬਾਤੀ ਹੈ। ਜਿਵੇਂ ਇੱਕ ਅੱਗ ਦੀ ਚੰਗਿਆੜੀ ਹੀ ਸਾਰਾ ਜੰਗਲ ਸਾੜ ਦਿੰਦੀ ਹੈ, ਇਵੇਂ ਇੱਕ ਸੇਵਕ ਹੀ ਸਾਰੀ ਰਾਜ ਭਾਗ ਦੀ ਸਮੱਗਰੀ ਔਰੰਗਜ਼ੇਬ ਦੀ ਤਹਿਸ ਨਹਿਸ ਕਰ ਸਕਦਾ, ਸਭ ਰਾਜ ਇਹਨਾਂ ਦਾ ਨਾਸ਼ ਕਰ ਸਕਦਾ ਹੈ। ਜਿਵੇਂ ਅੱਗ ਵਿੱਚ ਜੋ ਪਾਈ ਉਹੀ ਸੜ ਸੁਆਹ ਹੋ ਜਾਂਦਾ ਏ, ਜਿਵੇਂ ਅੱਗ ਲੱਕੜਾਂ ਨੂੰ ਜੰਗਲ ਨੂੰ ਸੁਆਹ ਕਰ ਸਕਦੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੀਆਂ ਮਾਤਾਵਾਂ ਨੂੰ ਕਹਿੰਦੇ, ਮਾਤਾ ਜੀ ਸਾਡੇ ਪਿਤਾ ਸਤਿਗੁਰੂ ਜੀ ਤੇ ਸਮਰੱਥ ਹੈਗੇ ਹੀ ਨੇ, ਉਹਨਾਂ ਦੇ ਸੇਵਕਾਂ ਦੇ ਸੇਵਕ ਵੀ ਰਾਜ ਭਾਗ ਨਸ਼ਟ ਕਰ ਸਕਦੇ ਹਨ। ਮਤੀ ਦਾਸ ਜਿਮ ਕਹਿਓ ਤਹਾਂ ਹੀ। ਨਾਲੇ ਤੁਹਾਨੂੰ ਦੱਸਿਆ ਤੇ ਹੈ ਇਹ ਭਾਈ ਸਾਹਿਬ ਚੰਦ ਦੁੱਧੋ ਰਠੌਰ ਜਿਹੜੇ ਆਏ ਉੱਥੋਂ, ਵੀ ਜਿਵੇਂ ਇਹਨਾਂ ਨੇ ਮਤੀ ਦਾਸ ਦੀ ਸ਼ਕਤੀ ਦੇ ਬਚਨ ਸੁਣੇ ਹਨ। ਸੋ ਪੀ ਬਾਤ ਸੁਣ ਕੈ ਨਾਹੀ। ਹੇ ਮਾਤਾ ਜੀ ਤੁਹਾਨੂੰ ਉਹ ਗੱਲ ਦਾ ਪਤਾ ਲੱਗਾ ਜਾਂ ਨਹੀਂ ਪਤਾ ਲੱਗਾ ਵੀ ਜਿਹੜਾ ਗੁਰੂ ਸਾਹਿਬ ਜੀ ਦੇ ਸਿੱਖ ਮਤੀ ਦਾਸ ਜੀ ਨੇ ਕਿਹਾ ਔਰੰਗਜ਼ੇਬ ਦੇ ਸਿਪਾਹੀਆਂ ਨੂੰ, ਸਿੱਖ ਕਾਰਾਗ੍ਰਹਿ ਤੇ ਜੋ ਆਏ। ਆ ਜਿਹੜੇ ਕਾਰਾਗ੍ਰਹਿ ਚੋਂ ਕੈਦ ਵਿੱਚੋਂ ਛੁੱਟ ਕੇ ਸਿੱਖ ਦਿੱਲੀੋਂ ਆਏ ਨੇ, ਜਿਨ੍ਹਾਂ ਦੀਆਂ ਮਹਾਰਾਜ ਨੇ ਜੰਜੀਰਾਂ ਕੱਟਤੀਆਂ, ਜਿੰਦਰੇ ਤਾਲੇ ਆਪੇ ਖੁੱਲ ਗਏ, ਕਿਸੇ ਨੇ ਵੇਖਿਆ ਨਾ, ਸਿਪਾਹੀਆਂ ਦੇ ਨੀਂਦ ਦਾ ਜ਼ੋਰ ਪਾ ਦਿੱਤਾ ਤੇ ਇਹਨਾਂ ਨੂੰ ਕੈਦ ਚੋਂ ਕੱਢ ਕੇ ਭੇਜਿਆ। ਇਹਨਾਂ ਨੇ ਆ ਕੇ ਸਾਰੀ ਗੱਲ ਸਾਨੂੰ ਦੱਸੀ ਹੈ। ਉਤੇ ਨਿਕਟ ਤਿਨ ਸਕਲ ਬਤਾਏ। ਉਸ ਵੇਲੇ ਕਹਿੰਦੇ ਵੀ ਅਸੀਂ ਨੇੜੇ ਸਾਂ ਜਦੋਂ ਭਾਈ ਮਤੀ ਦਾਸ ਜੀ ਦੇ ਬਚਨ ਹੋਏ ਹਨ। ਵਰਜਿਓ ਗੁਰਨ ਸਖਤ ਸਭ ਲੀਨ। ਇਹ ਮਾਤਾ ਜੀ ਭਾਈ ਮਤੀ ਦਾਸ ਜੀ ਤਾਂ ਕਹਿੰਦੇ ਸਨ ਵੀ ਮੈਂ ਇੱਟ ਨਾਲ ਜਿਵੇਂ ਇੱਟ ਖੜਕਾ ਦਈਦੀ ਹੈ, ਦਿੱਲੀ ਲਾਹੌਰ ਨੂੰ ਆਪਸ ਟਕਰਾ ਕੇ ਨਾਸ਼ ਕਰ ਦੂੰ ਮਹਾਰਾਜ, ਇਹ ਤੁਰਕਾਂ ਨੂੰ ਨਸ਼ਟ ਕਰ ਦਿਉਂਗਾ। ਇਹ ਤਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਮਤੀ ਦਾਸ ਦੀਆਂ ਸਾਰੀਆਂ ਸ਼ਕਤੀਆਂ ਲੈ ਕੇ ਵਰਜਣਾ ਕੀਤਾ ਵੀ ਅਸੀਂ ਸ਼ਕਤੀ ਵਿਖਾ ਕਰਕੇ, ਕਰਾਮਾਤ ਵਿਖਾ ਕੇ ਇੱਥੇ ਜਾਣਾ ਨਹੀਂ ਚਾਹੁੰਦੇ। ਇਹਨਾਂ ਨੂੰ ਪਰਮੇਸ਼ਰ ਦੀ ਦਰਗਾਹ ਵਿੱਚ ਝੂਠਿਆਂ ਕਰਕੇ ਖਤਮ ਕਰਨਾ ਹੈ ਦੁਸ਼ਟਾਂ ਨੂੰ, ਇਸ ਕਰਕੇ ਸ਼ਕਤੀ ਨਾਲ ਨਹੀਂ ਖਤਮ ਕਰਨਾ। ਮਤੀ ਦਾਸ ਜੀ ਨੂੰ ਵਰਜਿਆ, ਜਿਹੜੀਆਂ ਸ਼ਕਤੀਆਂ ਦਾ ਉਹ ਥੋੜਾ ਜਿਹਾ ਕਰਦੇ ਸੀ ਵੀ ਇਹ ਤਾਕਤ ਵਰਤ ਕੇ ਮੈਂ ਔਰੰਗੇ ਦਾ ਰਾਜ ਨਾਸ਼ ਕਰਾਂ, ਉਹ ਸ਼ਕਤੀਆਂ ਵੀ ਮਾਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਨੇ ਖਿੱਚ ਲਈਆਂ, ਖੋਹ ਲਈਆਂ ਸਨ ਕਿ ਕਿਤੇ ਇਹ ਨਾ ਹੋਏ ਵੀ ਇਹ ਸ਼ਕਤੀ ਵਿਖਾ ਕੇ ਵਾਕਈ ਇਸ ਤਰ੍ਹਾਂ ਕਰਦੇ ਹੋਣ। ਤਿਸ ਕੋ ਤੁਰਕਨ ਪੁਨਹੀਨ ਦੀਨ। ਆ ਫਿਰ ਮਾਤਾ ਜੀ ਉਸ ਦੀਆਂ ਜਦੋਂ ਸ਼ਕਤੀਆਂ ਮਹਾਰਾਜ ਨੇ ਖਿੱਚ ਲੀਆਂ, ਉਹਦੇ ਬਚਨ ਬਲਾਸ ਸੁਣੇ ਸਨ ਦੁਸ਼ਟਾਂ ਨੇ, ਔਰੰਗਜ਼ੇਬ ਨੂੰ ਦੱਸਿਆ, ਉਹਦੇ ਕੋਲ ਜਰਿਆ ਨਹੀਂ ਗਿਆ, ਤਾਂ ਉਸ ਦੁਸ਼ਟਾਂ ਨੇ ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ ਚੀਰ ਕੇ ਸ਼ਹੀਦ ਕਰ ਦਿੱਤਾ। ਤਨ ਕੋ ਅੰਤ ਆਪਨੋ ਜਾਣਾ। ਇਸੇ ਤਰ੍ਹਾਂ ਹੀ ਹੈ ਮਾਤਾ ਦਾਦੀ ਨਾਨਕੀ ਜੀ, ਮਾਤਾ ਗੁਜਰੀ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਆਪਣੇ ਸਰੀਰ ਦਾ ਅੰਤ ਸਮਾਂ ਨੇੜੇ ਆਇਆ ਜਾਣਿਆ ਹੈ। ਦੋਸ ਦੇਨ ਹਿਤ ਕੀਨ ਬਹਾਨਾ। ਇਹ ਤਾਂ ਇੱਕ ਦੋਸ਼ ਦੇਣ ਦੇ ਲਈ ਬਹਾਨਾ ਬਣਾਇਆ ਹੈ, ਠੀਕਰਾ ਭੰਨਣਾ ਹੈ ਤੁਰਕਾਂ ਦੀਆਂ ਜੜ੍ਹਾਂ ਪੱਟਣ ਵਾਸਤੇ। ਮਹਿਮਾ ਤਿਨ ਕੀ ਤੁਮ ਸਭ ਜਾਣੋ। ਬਾਕੀ ਫਿਰ ਮਹਾਰਾਜ ਕਹਿੰਦੇ ਮਾਤਾ ਜੀ ਮੈਂ ਤੁਹਾਨੂੰ ਕੀ ਦੱਸਾਂ, ਸਤਿਗੁਰਾਂ ਦੀ ਮਹਿਮਾ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਸਭ ਜਾਣਦੇ ਹੋ, ਚੰਗੀ ਤਰ੍ਹਾਂ ਪਤਾ ਹੈ ਤੁਹਾਨੂੰ ਸਭ ਕੁਝ। ਕਿਉ ਸੰਕਟ ਚਿੰਤਾ ਜੁਤ ਠਾਨੋ। ਤੇ ਫੇਰ ਵੀ ਤੁਸੀਂ ਕਾਹਦੇ ਵਾਸਤੇ ਇਨਾ ਸੰਕਟ, ਇਨੀ ਚਿੰਤਾ, ਇਨਾ ਆਪਣੇ ਸਰੀਰ ਨੂੰ ਦੁੱਖ ਦੇ ਰਹੇ ਹੋ। ਰਾਤ ਹੋਤ ਸਿੱਖ ਤਹਾਂ ਬਿਠਾਵੋ। ਤੇ ਜੇ ਜ਼ਿਆਦਾ ਹੀ ਤੁਹਾਡੇ
ਮਨ ਵਿੱਚ ਮਹਾਰਾਜ ਕਹਿੰਦੇ ਕੋਈ ਫਿਕਰ ਹੈ ਤਾਂ ਇਉਂ ਕਰੋ ਵੀ ਗੁਰੂ ਸਾਹਿਬ ਜੀ ਦੇ ਨਾਲ ਕੋਈ ਚਿੱਠੀ ਪੱਤਰ ਸਾਂਝਾ ਕਰਨ ਦੇ ਲਈ ਸਵੇਰੇ ਜਦੋਂ ਆਪਾਂ ਅਨੰਦਪੁਰ ਸਾਹਿਬ ਨੂੰ ਤੁਰਨਾ ਹੈ ਉਹ ਤੋਂ ਪਹਿਲਾਂ ਇੱਕ ਸਿੱਖ ਦਿੱਲੀ ਨੂੰ ਭੇਜ ਦਈਏ ਗੁਰਾਂ ਪਾਸ। ਆਪ ਆਨੰਦਪੁਰ ਔਰ ਸਿਧਾਵਹੁ। ਆ ਇਧਰ ਸਿੱਖ ਨੂੰ ਦਿੱਲੀ ਤੋਰ ਕੇ ਤੇ ਆਪਾਂ ਆਨੰਦਪੁਰ ਸਾਹਿਬ ਵੱਲ ਨੂੰ ਚੱਲ ਪਵਾਂਗੇ। ਸੁਨ ਪਿਤ ਕੇ ਸਭ ਰੀਤ ਸੰਦੇਸੇ। ਤੇ ਫਿਰ ਜਿਸ ਤਰ੍ਹਾਂ ਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੰਦੇਸ਼ ਕੋਈ ਸੁਨੇਹਾ ਭੇਜਣਗੇ ਸਾਡੇ ਵਾਸਤੇ, ਆਨ ਸੁਣਾਵੇ ਭਾਖੇ ਜੈਸੇ। ਆ ਇਹ ਸਿੱਖ ਜਾਵੇਗਾ ਗੁਰੂ ਤੇਗ ਬਹਾਦਰ ਸਾਹਿਬ ਨੇ ਜੋ ਸਾਨੂੰ ਸੁਨੇਹਾ ਸੰਦੇਸ਼ ਦੇਣਾ ਹੈ ਉਹ ਆ ਕੇ ਸੁਣਾ ਦੇਗਾ, ਚੰਗੀ ਤਰ੍ਹਾਂ ਸਮਝਾ ਦੇਵੇਗਾ। ਸਗਰ ਔਰ ਆਸੇ ਤਿਨ ਕਹੇ। ਆ ਇਸ ਤਰ੍ਹਾਂ ਸਾਰਾ ਹੀ ਜੋ ਦਿਲ ਦਾ ਆਸ਼ਾ ਹੈ ਸਗਰੋ ਔਰ ਆਸ਼ਾ ਤਿਨ ਕਹੈ। ਗੁਰੂ ਜੀ ਦੇ ਦਿਲ ਦਾ ਜਿਹੜਾ ਆਸ਼ਾ ਹੈ, ਜਿਹੜਾ ਆਪਾਂ ਸਿੱਖ ਭੇਜਾਂਗੇ, ਮਹਾਰਾਜ ਦਾ ਕੀ ਮਨੋਰਥ ਹੈ, ਸਾਡੇ ਲਈ ਕੀ ਉਪਦੇਸ਼ ਆਦੇਸ਼ ਸੰਦੇਸ਼ ਹੈ, ਇਹ ਸਿੱਖ ਮਾਤਾ ਜੀ ਆਪਾਂ ਨੂੰ ਆਨੰਦਪੁਰ ਸਾਹਿਬ ਆ ਕੇ ਸਾਰਾ ਹੀ ਕਹਿ ਦੱਸ ਦਵੇਗਾ। ਸਗਲ ਸਖਤ ਤੇ ਮਾਲਕ ਹੈ। ਬਾਕੀ ਸਾਰੀਆਂ ਸ਼ਕਤੀਆਂ ਦੇ ਮਾਲਕ ਗੁਰੂ ਤੇਗ ਬਹਾਦਰ ਸਾਹਿਬ ਹਨ, ਉਹਨਾਂ ਤੇ ਕੋਈ ਚਿੰਤਾ ਨਾ ਕਰੋ। ਸੁਨਤ ਨਾਨਕੇ ਪੁਨਹ ਬਖਾਨੀ। ਆ ਜਦੋਂ ਇਸ ਤਰ੍ਹਾਂ ਮਹਾਰਾਜ ਨੇ ਕਿਹਾ ਨਾ ਵੀ ਜੇ ਤੁਹਾਨੂੰ ਮਾਤਾ ਨਾਨਕੀ ਜੀ ਦਾਦੀ ਜੀ ਜਿਆਦੀ ਚਿੰਤਾ ਹੈ ਤਾਂ ਗੁਰੂ ਸਾਹਿਬ ਵੱਲ ਸਿੱਖ ਭੇਜ ਦਿੰਦੇ ਆ। ਆਪੇ ਮਹਾਰਾਜ ਸਾਹਿਬ ਚਿੱਠੀ ਵਿੱਚ ਲਿਖ ਕੇ ਸਾਡੇ ਲਈ ਸੰਦੇਸ਼ ਭੇਜਣਗੇ। ਇਹ ਸੁਣ ਕੇ ਮਾਤਾ ਨਾਨਕੀ ਜੀ ਕਹਿਣ ਲੱਗੇ, ਅਠੋ ਦਾਸ ਇਹ ਨੀਕੇ ਜਾਨੀ। ਕਹਿੰਦੀ ਹੇ ਲਾਲ ਜੀ ਆਹ ਗੱਲ ਠੀਕ ਲੱਗੀ ਮੈਨੂੰ ਤੁਹਾਡੀ, ਬਿਲਕੁਲ ਆਪਾਂ ਇੱਕ ਸਿੱਖ ਨੂੰ ਦਾਸ ਨੂੰ ਭੇਜੀਏ ਦਿੱਲੀ ਸ਼ਹਿਰ ਵਿੱਚ। ਸੁਧ ਲੈ ਕਰ ਦੂਰਨ ਚਲ ਆਵੇ। ਗੁਰੂ ਤੇਗ ਬਹਾਦਰ ਸਾਹਿਬ ਦੀ ਮੁਲਾਕਾਤ ਪਾ ਕੇ ਉਹਨਾਂ ਦੀ ਸੁਧ ਜੋ ਖਬਰ ਲੈ ਕੇ ਆਵੇ ਛੇਤੀ ਨਾਲ। ਹੁਣ ਮਾਂ ਹੈ ਨਾ, ਮਾਂ ਦਾ ਜਿਹੜਾ ਦਿਲ ਹੈ, ਭਾਵੇਂ ਕਿ ਗੁਰੂ ਸਾਹਿਬ ਜੀ ਗੁਰਤਾ ਗੱਦੀ ਦੇ ਮਾਲਕ ਹਨ, ਪਰ ਮਾਤਾ ਵਾਸਤੇ ਤਾਂ ਪੁੱਤਰ ਹੀ ਹੈ ਨਾ। ਮਾਂ ਦਾ ਤਾਂ ਮੋਹ ਹੀ ਹੈ, ਪੁੱਤਰ ਵਾਲਾ ਪ੍ਰੇਮ ਹੈ। ਤੇ ਜਿਹੜੀ ਮਾਂ ਜਿਸ ਦੇ ਪੁੱਤਰ ਤੇ ਕੋਈ ਮੁਸੀਬਤ ਆਵੇ ਉਹ ਤਾਂ ਉਹੀ ਜਾਣ ਸਕਦੀ ਹੈ ਨਾ ਵੀ ਕਿੰਨਾ ਉਹਨੂੰ ਕਸ਼ਟ ਹੁੰਦਾ ਹੈ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਸਮਰੱਥ ਨੇ, ਗੁਰੂ ਤੇਗ ਬਹਾਦਰ ਸਾਹਿਬ ਵੀ ਸਮਰੱਥ ਨੇ, ਪਰ ਮਾਂ ਦਾ ਜਿਹੜਾ ਹਿਰਦਾ ਹੁੰਦਾ ਭਾਵੇਂ ਜਿੰਨੀ ਮਰਜ਼ੀ ਸਮਰੱਥਾ ਹੋਵੇ, ਉਹ ਪੁੱਤਰ ਨੂੰ ਆਪਣੀਆਂ ਆਂਦਰਾਂ ਹੀ ਸਮਝਦੀ ਹੈ ਵੀ ਮੇਰੀਆਂ ਆਂਦਰਾਂ ਹੀ ਹੈ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਫਿਕਰ ਕਰਦੀ ਹੈ ਮਾਤਾ, ਚਾਹੁੰਦੀ ਹੈ ਵੀ ਕੋਈ ਸੁੱਧ ਆਵੇ, ਉਹਨਾਂ ਦੀ ਕੋਈ ਖਬਰ ਆਵੇ। ਇਹੋ ਜਿਹੀਆਂ ਕਿਆਸਾਂ ਲਾਉਂਦੀ ਹੈ ਵੀ ਇਹੋ ਜਿਹਾ ਸੁਨੇਹਾ ਕਿਤੇ ਆ ਹੀ ਜਾਵੇ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੈਦ ਚੋਂ ਛੱਡਤਾ, ਉਹ ਆਨੰਦਪੁਰ ਆ ਜਾਣਗੇ। ਇੱਦਾਂ ਦੇ ਫੁਰਨੇ ਵੀ ਮਾਂ ਦੇ ਆਉਂਦੇ ਹਨ ਅੰਦਰ। ਕਹਾਂ ਕਰਨ ਤਿਨ ਕੇ ਮਨ ਭਾਵੈ। ਨਾਲੇ ਪਤਾ ਲੱਗ ਜੂ, ਮਾਤਾ ਨਾਨਕੀ ਜੀ ਕਹਿੰਦੇ ਵੀ ਜਦੋਂ ਸਿੱਖ ਜਾਊਗਾ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੀ ਕਰਨਾ ਭਾ ਰਿਹਾ, ਮਹਾਰਾਜ ਕੀ ਕਰਨਾ ਚਾਹੁੰਦੇ, ਸਾਨੂੰ ਸੁਨੇਹਾ ਭੇਜ ਦੇਣਗੇ। ਅਸ ਮਸਲਤ ਕਰ ਨਿਸ ਬਿਸਰਾਮੇ। ਇਸ ਤਰ੍ਹਾਂ ਸਲਾਹ ਕਰਕੇ ਰਾਤ ਦੇ ਸਮੇਂ ਵਿਸ਼ਰਾਮ ਕੀਤਾ ਹੈ। ਉਠੇ ਬਹਰ ਜੇ ਬਹਿ ਰਹਿ ਜਾਮੇ। ਜਦੋਂ ਇੱਕ ਪਹਿਰ ਰਾਤ ਰਹੀ ਹੈ, ਸਤਿਗੁਰੂ ਸਾਹਿਬ ਤੇ ਸਾਰਾ ਪਰਿਵਾਰ ਉੱਠ ਖਲੋਤਾ। ਸੋਚ ਸਨਾਨ ਠਾਨ ਤਤਕਾਲਾ। ਸਰੀਰ ਦੀ ਕਿਰਿਆ ਸੋਧੀ ਹੈ, ਇਸ਼ਨਾਨ ਕੀਤਾ। ਕਰਵਾਇਸ ਤਿਆਰੀ ਸੋ ਕਿਰਪਾਲਾ। ਤਿਆਰ ਬਰ ਤਿਆਰ ਹੋ ਕੇ ਤੇ ਉਸੇ ਵੇਲੇ ਕਿਰਪਾਲੂ ਸਤਿਗੁਰਾਂ ਨੇ ਸਾਰੀ ਹੀ ਕਹਿੰਦੇ ਵੀ ਤਿਆਰੀ ਕਰਾਈ ਹੈ। ਜਾਂ ਮਾਮਾ ਕਿਰਪਾਲ ਚੰਦ ਜੀ ਨੇ ਅੱਗੇ ਸੇਵਕਾਂ ਨੂੰ ਕਹਿ ਕੇ ਆਨੰਦਪੁਰ ਨੂੰ ਚੱਲਣ ਦੀ ਤਿਆਰੀ ਕੀਤੀ ਹੈ। ਇੱਕ ਸਿੱਖ ਪਠ ਦਿੱਲੀ ਔਰ। ਤੇ ਇੱਕ ਜਿਹੜਾ ਸਿੱਖ ਸੀ ਉਹ ਜੋ ਕੈਦ ਵਿੱਚੋਂ ਹੀ ਆਏ ਸਨ, ਉਹਨਾਂ ਨੂੰ ਤੇ ਪਤਾ ਸੀ। ਕਈਆਂ ਸਾਹਿਬ ਚੰਦ ਲਿਖਿਆ ਹੈ ਉਦੋਂ ਲਠੌਰ, ਇਹਨੂੰ ਦਿੱਲੀ ਨੂੰ ਭੇਜਿਆ ਵੀ ਤੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਕੋਈ ਸੰਦੇਸ਼ਾ ਲੈ ਕੇ ਆ। ਹਮ ਦਿਸ ਤੇ ਬੰਧੋ ਕਰ ਜੋਰ। ਨਾਲੇ ਮਹਾਰਾਜ ਕਹਿੰਦੇ ਵੀ ਸਾਡੇ ਵੱਲੋਂ ਹੱਥ ਜੋੜ ਕੇ ਪਿਤਾ ਸਤਿਗੁਰਾਂ ਨੂੰ ਨਮਸਕਾਰ ਕਰਨੀ। ਇਹ ਕਰ ਪਾਤੀ ਕੋ ਲਿਖਵਾਏ। ਤੇ ਇਸ ਤਰ੍ਹਾਂ ਕਹਿ ਕਰ ਪਾਤੀ ਕੋ ਲਿਖਵਾਏ, ਪੱਤਰ ਕਾ ਲਿਖਾਈ ਆ ਮਹਾਰਾਜ ਨੇ ਕਹਿ ਕੇ ਵੀ ਲਿਖਤੀ ਬੇਨਤੀ ਸਾਡੀ ਵੱਲੋਂ ਵੀ ਸਤਿਗੁਰਾਂ ਨੂੰ ਭੇਜੋ। ਪਹੁੰਚੋ ਸੀਗਰ ਆਨੰਦਪੁਰ ਆਏ। ਜਾਂ ਮਹਾਰਾਜ ਨੇ ਇਦਾਂ ਕਿਹਾ ਵੀ ਮੂੰਹ ਜ਼ਬਾਨੀ ਨਹੀਂ ਅਰਗੀ ਮਹਾਰਾਜ ਦਾ ਹੁਕਮ ਲੈ ਕੇ ਆਉਣਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹਿ ਦੇਣਾ ਵੀ ਸਤਿਗੁਰੂ ਜੀ ਤੁਹਾਡਾ ਪਰਿਵਾਰ ਸਿੱਖ ਸੰਗਤ ਚਾਹੁੰਦੀ ਹੈ ਆਨੰਦਪੁਰ ਸਾਹਿਬ ਵਿੱਚ
ਵੀ ਆਪ ਸਾਨੂੰ ਕੋਈ ਲਿਖਤੀ ਰੂਪ ਦੇ ਵਿੱਚ ਪਾਤਸ਼ਾਹ ਉਪਦੇਸ਼ ਦੇਣਾ ਕਰੋ, ਕੋਈ ਸੰਦੇਸ਼ ਦੇਣਾ ਕਰੋ। ਤੇ ਸਿੱਖ ਨੂੰ ਮਹਾਰਾਜ ਕਹਿੰਦੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੇਨਤੀ ਕਹਿ ਕੇ ਸਾਡੇ ਵੱਲੋਂ ਉਹਨਾਂ ਕੋਲੋਂ ਚਿੱਠੀ ਲਿਖਵਾ ਕੇ ਤੇ ਛੇਤੀ ਆਨੰਦਪੁਰ ਆ ਜਾ। ਮਾਤ ਕਸ਼ਟ ਪ੍ਰਾਪਤ ਸਭ ਕਹੀਐ। ਇਹ ਸਭ ਚੰਗੀ ਤਰ੍ਹਾਂ ਕਹਿ ਦੇਣਾ ਵੀ ਮਹਾਰਾਜ ਤੁਹਾਡੀ ਮਾਤਾ ਸ੍ਰੀ ਨਾਨਕੀ ਜੀ ਬਹੁਤ ਕਸ਼ਟ ਦੇ ਵਿੱਚ ਬੜਾ ਦੁੱਖ ਮਲਾਉਂਦੇ ਨੇ ਤੁਹਾਡਾ ਕੈਦ ਵਿੱਚ ਜਾਣ ਕਰਕੇ। ਅਮਰ ਸੁਨਾਵਹੁ ਜਿਸ ਬਿਦ ਲਹੀਐ। ਬਾਕੀ ਮਹਾਰਾਜ ਕਹਿੰਦੇ ਵੀ ਜਿਵੇਂ ਤੂੰ ਆ ਸਿੱਖਾ ਵੇਖ ਹੀ ਰਿਹਾ ਹੈ ਸਾਡਾ ਹਾਲ ਚਾਲ ਜੋ ਵੀ ਜਿਵੇਂ ਸਮਾਂ ਲੰਘ ਰਿਹਾ, ਇਹ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਜੋ ਤੂੰ ਦੇਖਿਆ ਸੁਣਾ ਦਵੀਂ, ਦੱਸ ਦਵੀਂ ਜਾ ਕੇ। ਸੁਨ ਸੰਦੇਸ਼ ਕੋ ਸਿੱਖ ਪ੍ਰਸਥਾਨਾ। ਸਿੱਖ ਸੁਨੇਹਾ ਲੈ ਕਰਕੇ ਝਾਟੀ ਦਿੱਲੀ ਵੱਲ ਨੂੰ ਚੱਲ ਪਿਆ। ਮਾਰਗ ਦੂਰ ਕਰਤ ਨਿਤ ਪਿਆਨਾ। ਦੂਰ ਜਾਣਾ ਹੈ ਇਸ ਕਰਕੇ ਨੇਤੀ ਪਿਆਨਾ ਕਰਦਾ, ਕਿਤੇ ਰਾਹ ਦੇ ਵਿੱਚ ਰੁਕਦਾ ਨਹੀਂ, ਬਸ ਰਾਤ ਹੀ ਵਿਸ਼ਰਾਮ ਕਰਦਾ ਹੈ, ਦਿਨ ਦੇ ਸਮੇਂ ਦਿੱਲੀ ਨੂੰ ਜਾ ਰਿਹਾ ਏ। ਇਤ ਕਿਰਪਾਲ ਜੁਤ ਗੁਰੂ ਕਿਰਪਾਲ। ਤੇ ਇਧਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੱਲ ਜਦੋਂ ਸੁਨੇਹਾ ਭੇਜ ਦਿੱਤਾ, ਸਿੱਖ ਨੂੰ ਭੇਜ ਦਿੱਤਾ, ਇਤ ਕਿਰਪਾਲ ਜੁਤ ਗੁਰੂ ਕਿਰਪਾਲ। ਇਧਰ ਮਾਮਾ ਕਿਰਪਾਲ ਚੰਦ ਜੀ ਤੇ ਕਿਰਪਾਲੂ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਤ। ਜਾਨ ਮਹੂਰਤ ਭਲੋ ਵਿਸਾਲ। ਮਹੂਰਤ ਹੁੰਦਾ ਵੀ ਸਮਾਂ, ਵੀ ਭਲਾ ਸਮਾਂ ਹੈ, ਅੰਮ੍ਰਿਤ ਵੇਲੇ ਜਾਣਾ ਤੇ ਸਵੇਰ ਦਾ ਸਮੇਂ ਸਫ਼ਰ ਕਰਨਾ ਬੜਾ ਸੌਖਾ ਹੁੰਦਾ ਹੈ। ਆਮ ਜਦੋਂ ਕੁਝ ਸਮਝਾਉਣਾ ਹੋਵੇ ਤਾਂ ਗੁਰਮੁਖ ਪਿਆਰੇ ਤਿੰਨ ਗੱਲਾਂ ਕਰਦੇ ਹੁੰਦੇ ਵੀ ਸੰਥਾ ਪੰਥਾ ਪੀਸਣਾ ਤੀਨੇ ਪ੍ਰਾਤੈ ਕਾਲ। ਕਹਿੰਦੇ ਵੀ ਲੰਗਰ ਲੋ ਲੰਗਰ ਦੀ ਤਿਆਰੀ ਕਰਨੀ ਹੋਵੇ ਉਹ ਵੀ ਤੜਕੇ ਹੀ ਕਰ ਲੈਣੀ ਚਾਹੀਦੀ। ਕੋਈ ਸੰਥਿਆ ਪਕਾਉਣੀ ਹੋਵੇ, ਕੋਈ ਪੜ੍ਹਾਈ ਕਰਨੀ ਹੋਵੇ ਉਹ ਵੀ ਅੰਮ੍ਰਿਤ ਵੇਲੇ ਜ਼ਿਆਦੀ ਪੱਕਦੀ ਹੈ। ਤੇ ਕਿਤੇ ਸਫ਼ਰ ਵਾਸਤੇ ਜਾਣਾ ਹੋਵੇ ਉਹ ਵੀ ਕਹਿੰਦੇ ਤੜਕੇ ਹੀ ਜਾਵੇ। ਸੰਥਾ ਪੰਥਾ ਪੀਸਣਾ ਤੀਨਹਿ ਪ੍ਰਾਤੈ ਕਾਲ। ਸਵੇਰ ਦੇ ਸਮੇਂ ਅੰਮ੍ਰਿਤ ਵੇਲੇ ਕੰਮ ਕਰਨ ਦੇ ਨਾਲ ਇਹ ਬਹੁਤ ਸੌਖਾ ਹੁੰਦਾ। ਇਹ ਗੱਲਾਂ ਪਹਿਲਾਂ ਵੀ ਲਾਗੂ ਸਨ, ਜ਼ਰੂਰੀ ਸੀ। ਉਦੋਂ ਤਾਂ ਕੋਈ ਬਹੁਤੀਆਂ ਬੱਸਾਂ ਕੋਈ ਸਹੂਲਤਾਂ ਨਹੀਂ, ਪਰ ਹੁਣ ਵੀ ਇਹ ਗੱਲ ਹੈ ਵੀ ਕਿਧਰੇ ਦੂਰ ਜਾਣਾ ਹੋਵੇ ਤੜਕੇ ਹੀ ਜਾਣ ਦੇ ਨਾਲ ਸਫ਼ਰ ਮੁੱਕਦਾ, ਦਿਨ ਦੇ ਸਮੇਂ ਤਾਂ ਸਫ਼ਰ ਹੀ ਨਹੀਂ ਮੁੱਕਦਾ। ਇਸੇ ਤਰ੍ਹਾਂ ਜਿਹੜੇ ਪੜ੍ਹਾਈਆਂ ਕਰਦੇ ਨੇ ਉਹ ਤੜਕੇ ਉੱਠ ਕੇ ਹੀ ਪੜ੍ਹਾਈ ਕਰਦੇ ਪਕਾਉਂਦੇ ਨੇ, ਕੋਈ ਪੇਪਰ ਹੋਵੇ ਉਹਨਾਂ ਦਾ। ਤੇ ਇਸੇ ਤਰ੍ਹਾਂ ਕੋਈ ਲੰਗਰ ਲੋ ਲੰਗਰ ਦੀ ਤਿਆਰੀ ਵੀ ਅੰਮ੍ਰਿਤ ਵੇਲੇ ਤੜਕੇ ਹੀ ਕੀਤਿਆਂ ਫਿਰ ਲੰਗਰ ਜਿਹੜਾ ਹੈ ਪੱਕ ਸਕਦਾ ਹੈ। ਸੋ ਇਸ ਕਰਕੇ ਮਹਾਰਾਜ ਸਾਹਿਬ ਤੇ ਮਾਮਾ ਕਿਰਪਾਲ ਚੰਦ ਜੀ ਨੇ ਸਲਾਹ ਕੀਤੀ ਵੀ ਆਹ ਸਮਾਂ ਚੰਗਾ ਹੈ, ਆਪਾਂ ਦਿਨ ਚੜ੍ਹਨ ਤੋਂ ਪਹਿਲਾਂ ਹੀ ਤੁਰ ਪਈਏ, ਰਸਤੇ ਦੇ ਵਿੱਚ ਜਾਣਾ ਸੌਖਾ ਹੁੰਦਾ ਏ। ਹੋਤੋ ਖੜਗ ਖਰ ਨਿਰਮਲ ਧਾਰਾ। ਉਸੇ ਵੇਲੇ ਜਦੋਂ ਸਲਾਹ ਕਰ ਲਈ ਤਾਂ ਸਤਿਗੁਰੂ ਮਹਾਰਾਜ ਦੀ ਇੱਕ ਖੜਗ, ਸਤਿਗੁਰਾਂ ਕੋ ਖੜਗ ਕਿਰਪਾਨ ਸੀ, ਬੜਾ ਹੀ ਖਰ ਤਿੱਖਾ ਹੈ, ਜਿਹਦੀ ਨਿਰਮਲ ਧਾਰਾ ਹੈ। ਧਾਰ ਹੈ ਜਿਸ ਦੀ ਚਮਕਦੀ ਹੈ, ਕਿਸੇ ਤਰ੍ਹਾਂ ਦਾ ਧਾਰ ਦੇ ਵਿੱਚ ਕੋਈ ਫਰਕ ਨਹੀਂ। ਨਿਰਮਲ ਧਾਰ ਤਾਂ ਕਹਿ ਵੀ ਤੇਜ ਤਿੱਖੀ ਧਾਰ ਵਾਲੀ ਕਿਰਪਾਨ। ਕੋਸਕ ਅਲਪਲੇ ਨਿਜ ਕਰ ਧਾਰਾ। ਥੋੜੀ ਕੁ ਛੋਟੀ ਸੀ ਮਹਾਰਾਜ ਦੇ ਕੱਦ ਦੇ ਹਿਸਾਬ ਦੇ ਨਾਲ। ਮਹਾਰਾਜ ਨੇ ਆਪਣੇ ਹੱਥਾਂ ਦੇ ਵਿੱਚ ਕਿਰਪਾਨ ਪਕੜੀ ਹੈ। ਨੌ ਸਤਿਗੁਰ ਕੋ ਸਿਮਰਨ ਕਰਕੇ। ਤੇ ਸਤਿਗੁਰਾਂ ਨੇ 9 ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੀਕਰ ਸਿਮਰਨ ਕੀਤਾ, ਅਰਦਾਸ ਕੀਤੀ। ਮਨੋ ਸਹਾਏ ਧਿਆਨ ਉਰ ਧਰ ਕੇ। ਤੇ ਅਰਦਾਸ ਕੀਤੀ ਤੇ ਦਿਲ 'ਚ ਧਿਆਨ ਧਾਰ ਕੇ ਕਿਹਾ ਮਹਾਰਾਜ ਆਪ ਸਹਾਈ ਹੋਣਾ, ਆਨੰਦਾਂ ਦੀ ਪੁਰੀ ਨੂੰ ਜਾ ਰਹੇ ਆ, ਰਾਹ ਵਿੱਚ ਸਹਾਈ ਹੋਇਓ ਤੇ ਉੱਥੇ ਜਾ ਕੇ ਜਿਹੜੇ ਕਾਰਜ ਕਰਨੇ ਨੇ ਆਨੰਦਪੁਰ, ਉਹਨਾਂ ਕਾਮਾਂ ਦੇ ਵਿੱਚ ਕਾਰਜਾਂ 'ਚ ਵੀ ਸਹਾਇਤਾ ਬਖਸ਼ਣੀ। ਵਾਹਿਗੁਰੂ ਕਹਿ ਘਰ ਮਹਿ ਪਾਵਾ। ਇਸ ਤਰ੍ਹਾਂ ਅਰਦਾਸ ਕਰਕੇ ਮਹਾਰਾਜ ਨੇ ਵਾਹਿਗੁਰੂ ਮੁਖੋਂ ਕਹਿ ਕੇ ਉਹ ਸ੍ਰੀ ਸਾਹਿਬ ਫਿਰ ਗਾਤਰੇ ਪਹਿਨ ਲਈ। ਸਤਿਗੁਰਾਂ ਨੇ ਅਰਦਾਸ ਜਦੋਂ ਕੀਤੀ ਹੈ ਸ੍ਰੀ ਸਾਹਿਬ ਆਪਣੇ ਹੱਥ ਵਿੱਚ ਲੈ ਕੇ ਕੀਤੀ। ਜਿਵੇਂ ਅੱਜ ਵੀ ਹਜ਼ੂਰ ਸਾਹਿਬ ਜਦੋਂ ਅਰਦਾਸ ਕਰਦੇ ਆ ਤਾਂ ਸ੍ਰੀ ਸਾਹਿਬ ਹੱਥ ਦੇ ਵਿੱਚ ਪਕੜ ਕਰਕੇ ਫਿਰ ਅਰਦਾਸਾਂ ਸੋਚਦੇ ਆ। ਕੇਸਗੜ੍ਹ ਸਾਹਿਬ ਤਖਤ 'ਤੇ ਵੀ, ਪਟਨਾ ਸਾਹਿਬ ਤਖਤਾਂ 'ਤੇ ਜਦੋਂ ਅਰਦਾਸਾ ਹੁੰਦਾ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਵੇਂ ਇੱਥੇ ਅਰਦਾਸ ਕੀਤੀ ਸੀ, ਫਿਰ ਉਹ ਮਰਿਆਦਾ ਪੱਕ ਗਈ ਪੱਕੀ ਵੀ ਜਦੋਂ ਵੀ ਅਰਦਾਸ ਕਰਨੀ ਹੈ ਸ੍ਰੀ ਸਾਹਿਬ ਹੱਥ ਵਿੱਚ ਲੈ ਕੇ ਫਿਰ ਤਖਤਾਂ 'ਤੇ ਅਰਦਾਸ ਕਰਦੇ ਨੇ। ਇਹ ਮਰਿਆਦਾ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਚੱਲੀ। ਸਤਿਗੁਰਾਂ ਨੇ ਲਖਨੌਰ ਤੋਂ ਤੁਰਨ ਲੱਗਿਆਂ ਹੱਥ ਵਿੱਚ ਸ੍ਰੀ ਸਾਹਿਬ ਲੈ ਕੇ ਅਰਦਾਸ ਕੀਤੀ
ਤੇ ਫਿਰ ਮਹਾਰਾਜ ਨੇ ਅਰਦਾਸ ਕਰਕੇ ਆਪਣੇ ਗਾਤਰੇ ਪਹਿਨ ਲਈ। ਪਾਟਲ ਪੇਟ ਕਾਟ ਕਸੀ ਸੁਹਾਵਾ। ਤੇ ਕੱਪੜਾ ਲੈ ਕੇ ਪਾਤਸ਼ਾਹ ਨੇ ਆਪਣੇ ਲੱਕ ਨੂੰ ਲਪੇਟ ਲਿਆ, ਪਾਪ ਕਮਰ ਕੱਸਾ ਕੱਸ ਲਿਆ, ਚੰਗੀ ਤਰ੍ਹਾਂ ਤਿਆਰ ਹੋ ਗਏ, ਜੋ ਬੜਾ ਸ਼ੋਭਦਾ ਹੈ ਮਹਾਰਾਜ ਦਾ। ਖੜਗ ਵੀ ਪਾਈ ਹੋਈ ਗਾਤਰੇ ਸ਼ੋਭ ਰਹੀ ਹੈ ਤੇ ਕਮਰ ਕੱਸਾ ਵੀ ਫੱਬ ਰਿਹਾ ਹੈ। ਹੁਕਮ ਬਖਾਨ ਤਰੰਗ ਮੁਗਾਵਾ। ਹੁਕਮ ਕੀਤਾ ਵੀ ਲੈ ਆਓ ਵੀ ਸਾਡਾ ਘੋੜਾ ਆਨੰਦਪੁਰ ਸਾਹਿਬ ਨੂੰ ਚੱਲੀਏ। ਜਿਸ ਪਰ ਜੀਨ ਮਹਾ ਸਭ ਛਾਵਾ। ਜਿਸ ਦੇ ਉੱਤੇ ਬਹੁਤ ਸੋਹਣੀ ਛਵੀ ਵਾਲੀ ਜੀਨ ਕਾਠੀ ਪਾਈ ਗਈ। ਉੱਠ ਕਰ ਆਪ ਪਰ ਕਰਮ ਕਰ ਆ ਕੇ। ਘੋੜਾ ਜਦੋਂ ਆਇਆ ਤੇ ਉੱਠ ਕਰ ਆਪ ਮਹਾਰਾਜ ਸਾਹਿਬ ਜੀ ਨੇ ਉੱਠ ਕੇ ਤੇ ਘੋੜੇ ਦੀ ਪਰਿਕਰਮਾ ਕੀਤੀ ਹੈ ਪਹਿਲਾਂ। ਬੰਧਨ ਠਾਨ ਬਾਗ ਕਰ ਧਰ ਕੇ। ਤੇ ਬੰਦਨਾ ਕੀਤੀ ਹੱਥ ਦੇ ਵਿੱਚ ਘੋੜੇ ਦਾ ਕਾਜਾ ਲੈ ਕੇ। ਹੁਣ ਤੀਕਰ ਵੀ ਇਹ ਮਰਿਆਦਾ ਦਲਾਂ ਪੰਥਾਂ ਜਿਹੜੇ ਸਿੰਘ ਜਦੋਂ ਘੋੜੇ ਤੇ ਚੜ੍ਹਦੇ ਆ, ਮੂਹਰਲੇ ਪੈਰਾਂ ਨੂੰ ਉਹ ਨਮਸਕਾਰ ਕਰਦੇ ਆ। ਇਹ ਹੁਣ ਸਤਿਕਾਰ ਜਿਹੜਾ ਹੈ ਵੀ ਇਹਨੇ ਸਾਡੀ ਸੇਵਾ ਕਰਨੀ ਹੈ ਸਾਰੇ ਰਸਤੇ ਦੇ ਵਿੱਚ, ਤੇ ਉਹਨੂੰ ਸਤਿਕਾਰ, ਉਹਨੂੰ ਕਹਿੰਦੇ ਵੀ ਇੱਕ ਹਿਸਾਬ ਦਾ ਥਾਪੜਾ ਹੀ ਹੈ। ਪਤਾ ਹੀ ਹੈ ਜਿਹੜੇ ਜਾਨਵਰ ਘਰਾਂ 'ਚ ਜਿੰਨਾ ਪਸ਼ੂ ਕੋਈ ਜਾਨਵਰ ਰੱਖਿਆ ਹੋਵੇ, ਪੰਛੀ, ਵੀ ਉਹ ਪਿਆਰ ਮੰਗਦੇ ਨੇ। ਜੇ ਉਹਨਾਂ ਨੂੰ ਪਿਆਰ ਦਿਓ ਫਿਰ ਤੁਹਾਡੀ ਬਹੁਤ ਖੁਸ਼ ਹੋ ਕੇ ਸੇਵਾ ਕਰਦੇ ਆ। ਤੇ ਮਹਾਰਾਜ ਸਾਹਿਬ ਜੀ ਨੇ ਘੋੜੇ ਨੂੰ ਨਮਸਕਾਰ ਕੀਤੀ। ਪਰਿਕਰਮਾ ਕਰਕੇ, ਪਰਿਕਰਮਾ ਕਰਨੀ ਹੁੰਦੀ ਵੀ ਬਲਾਹਾਰ ਆ, ਤੇਰੇ ਤੋਂ ਸਦਕੇ ਆ, ਧੰਨ ਹੈ ਭਾਈ ਤੂੰ, ਅਸੀਂ ਤੇ ਤੇਰੇ ਤੇ ਬਹਿ ਜਾਣਾ ਹੈ, ਤੂੰ ਤਾਂ ਤੁਰ ਕੇ ਹੀ ਜਾਣਾ ਹੈ ਨਾ। ਇਸ ਤਰ੍ਹਾਂ ਸਤਿਕਾਰ ਮਹਾਰਾਜ ਸਾਹਿਬ ਜੀ ਨੇ ਕਰਕੇ ਘੋੜੇ ਦਾ ਮਹਾਂਪੁਰਖ ਦਲਾਂ ਪੰਥਾਂ 'ਚ ਹੁਣ ਤੀਕਰ ਵੀ ਉਹ 10ਵੇਂ ਪਾਤਸ਼ਾਹ ਦੀ ਇਹ ਮਰਿਆਦਾ ਮੰਨ ਕੇ ਤੇ ਇਸੇ ਤਰ੍ਹਾਂ ਘੋੜਿਆਂ ਦਾ ਅਦਬ ਸਤਿਕਾਰ ਕਰਦੇ ਨੇ। ਧੰਨ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਘੋੜੇ ਨੂੰ ਬੰਦਨਾ ਕੀਤੀ, ਹੱਥ ਵਿੱਚ ਕਾਜਾ ਪਕੜ ਕੇ। ਭਏ ਅਰੂੜ ਸੋ ਚਲ ਬੇਕਾਰਨ। ਮਹਾਰਾਜ ਚੱਲਣ ਵਾਸਤੇ ਝਾਟੀ ਛਾਲ ਮਾਰ ਕੇ ਘੋੜੇ ਦੇ ਉੱਤੇ ਸਵਾਰ ਹੋ ਗਏ, ਕਾਠੀ ਤੇ ਸੁਭਾਏਮਾਨ ਹੋ ਗਏ। ਕਰਿਓ ਸਮੀਪ ਕਿਰਪਾਲ ਹਕਾਰਨ। ਤੇ ਉਸੇ ਵੇਲੇ ਮਾਮਾ ਕਿਰਪਾਲ ਚੰਦ ਜੀ ਨੇ ਵੀ ਸੱਦਿਆ ਵੀ ਆਜੋ ਹੁਣ ਆਪਾਂ ਚੱਲ ਪਈਏ ਅੱਗੇ। ਅਪਰਦਾਸ ਲੈ ਸੰਗ ਸਮਦਾਏ। ਹੋਰ ਵੀ ਕੁਝ ਸੇਵਕ ਜਿਹੜੇ ਆਨੰਦਪੁਰੋਂ ਆਏ ਸਨ, ਉਹਨਾਂ ਨੂੰ ਨਾਲ ਲੈ ਕੇ ਮਹਾਰਾਜ ਤੁਰ ਪਏ ਆਨੰਦਪੁਰ ਸਾਹਿਬ ਵੱਲ। ਮਾਰਗ ਗਮਨ ਕਰੇ ਤਜ ਥਾਏ। ਆਓ ਲਖਨੌਰ ਸਾਹਿਬ ਵਾਲੀ ਥਾਂ ਨੂੰ ਤਿਆਗ ਕੇ ਤੇ ਆਨੰਦਪੁਰ ਦੇ ਰਸਤੇ ਨੂੰ ਪਾਤਸ਼ਾਹ ਜੀ ਨੇ ਚਾਲਾ ਪਾ ਦਿੱਤਾ। ਇਤਕ ਤਿਆਗ ਨਰ ਮਾਤਾ ਪਾਸ। ਕਿੰਨੇ ਹੀ ਸੇਵਕ ਮਾਤਾਵਾਂ ਦੇ ਕੋਲ ਤਿਆਗ ਦਿੱਤੇ ਵੀ ਤੁਸੀਂ ਵੀ ਛੇਤੀ ਮਾਤਾਵਾਂ ਨੂੰ ਲੈ ਕੇ ਆ ਜਾਵੋ। ਆਨ ਸੰਭਾਰੋ ਵਸਤੂ ਰਾਸ। ਹਾਂ, ਕਹਿੰਦੇ ਵੀ ਲਿਆਓ ਮਾਤਾਵਾਂ ਨੂੰ, ਜੋ ਕੋਈ ਵਸਤੂ ਘਰ ਦੀ ਕੋਈ ਜ਼ਰੂਰੀ ਸਾਂਭਣ ਸੁਭਾਉਣ ਵਾਲੀ ਹੈ ਉਹ ਗੱਡੇ ਰਸ ਤੇ ਰੱਖੋ, ਤਾਂ ਛੇਤੀ ਮਾਤਾਵਾਂ ਨੂੰ ਸਾਡੇ ਨਾਲ ਹੀ ਮਿਲਾਓ ਲਿਆ ਕੇ। ਸਿਆੰਦਨ ਸੰਗ ਚਲੇ ਸਭ ਆਵੋ। ਸਿਆੰਦਨ ਰਸਾਂ ਦੇ ਉੱਤੇ ਚੜ ਕੇ ਕਹਿੰਦੇ ਸਾਰੇ ਛੇਤੀ ਆਵੋ ਹੁਣ। ਤਿਆਰੀ ਠਾਨੋ ਨਹਿ ਬਿਲਮਾਵੋ। ਛੇਤੀ ਮਹਾਰਾਜ ਜੀ ਕਹਿੰਦੇ ਤਿਆਰੀ ਕਰਨੀ, ਕੋਈ ਬਹੁਤਾ ਬਿਲਮ ਨਹੀਂ ਲਾਉਣਾ। ਇਹ ਪਾਲਕੀਆਂ 'ਚ ਨਹੀਂ ਚੜ੍ਹਦੇ ਫਿਰਨਾ ਸਮਾਂ ਲੱਗਦਾ। ਇਹ ਘੋੜੇ ਦੇ ਉੱਤੇ ਆਪ ਚੜ੍ਹ ਗਏ ਮਹਾਰਾਜ ਤੇ ਕਹਿੰਦੇ ਮਾਤਾਵਾਂ ਨੂੰ ਰਥ ਦੇ ਵਿੱਚ ਸਵਾਰ ਕਰਕੇ ਲਿਆਓ, ਪੈਂਡਾ ਛੇਤੀ ਤੈਅ ਹੋਵੇਗਾ। ਇਵੇਂ ਕਹਿ ਚਲੇ ਆਨੰਦਪੁਰ ਔਰ। ਇਵੇਂ ਕਹਿ ਕੇ ਮਹਾਰਾਜ ਸਾਹਿਬ ਜੀ ਆਪਣੇ ਆਨੰਦਪੁਰ ਸਾਹਿਬ ਵੱਲ ਨੂੰ ਚੱਲ ਪਏ। ਦੇਖਣ ਕੀ ਚਿਤ ਮਹਿ ਬਹੁ ਲੋਰ। ਚਿੱਤ ਦੇ ਵਿੱਚ ਬਹੁਤ ਲੋਰ, ਬਹੁਤ ਚਾਹਨਾ, ਲੋਰ ਹੀ ਉੱਠਿਆ ਹੋਇਆ ਹੈ। ਅੰਦਰੋਂ ਮਾਂ ਹੀ ਹੈ ਵੀ ਆਨੰਦਪੁਰ ਸਾਹਿਬ ਜਾ ਕੇ ਵੇਖੀਏ, ਦਰਸ਼ਨ ਕਰੀਏ। ਅਨਕ ਬਿਲਾਸਨ ਕਰਤੇ ਜਾਤ। ਰਸਤੇ ਦੇ ਵਿੱਚ ਜਾਂਦਿਆਂ ਹੋਇਆਂ ਵੀ ਮਹਾਰਾਜ ਕਈ ਤਰ੍ਹਾਂ ਦੇ ਬਿਲਾਸ ਕੌਤਕ ਹੀ ਕਰਦੇ ਜਾਂਦੇ ਹਨ। ਕਹੂੰ ਅਖੀਰ ਖੇਲ ਬਹੁ ਭਾਂਤ। ਕਿਧਰੇ ਜੇ ਕਿਤੇ ਰਾਜ ਕੋਈ ਜੰਗਲ ਵਿਖੜੇ ਦਾ ਬੇੜੇ ਦਾ ਥਾਂ ਆਉਂਦਾ ਹੈ, ਜੰਗਲ ਬੇਲਾ, ਤਾਂ ਉੱਥੇ ਮਹਾਰਾਜ ਸ਼ਿਕਾਰ ਖੇਡਦੇ, ਹਿਰਨਾਂ ਨੂੰ ਅੱਗੇ ਲਾ ਕੇ ਭਜਾਉਂਦੇ, ਬੜੇ ਖੁਸ਼ ਹੁੰਦੇ ਹਨ ਵੀ ਵੇਖੋ ਵੀ ਸਾਡੇ ਅੱਗੇ ਲੱਗ ਨੱਸੇ ਨੇ। ਮਾਨੋ ਜਣਾ ਰਹੇ ਨੇ ਵੀ ਜਿਵੇਂ ਹਿਰਨ ਨੱਸੇ ਨੇ, ਐਵੇਂ ਤੁਰਕਾਂ ਨੂੰ ਭਜਾਵਾਂਗੇ, ਨਸਾਵਾਂਗੇ ਅੱਗੇ ਲਾ ਕੇ। ਕਿਸ ਥਲ ਤਰਲ ਤੁਰੰਗ ਕੁਦਾਵੇ। ਕਿਸੇ ਥਾਂ ਮਹਾਰਾਜ ਸਾਹਿਬ ਜੀ ਕਿਸ ਥਲ ਤਰਲ ਤੁਰੰਗ ਕੁਦਾਵੈ। ਗਰੀਬ ਨਿਵਾਸ ਸਾਹਿਬ ਜੀ ਘੋੜਾ ਜਿਹੜਾ ਹੈ ਤ੍ਰਿਖਾ ਕਰਕੇ ਉਹਨੂੰ ਕੁਦਾਉਂਦੇ ਨੇ, ਘੋੜੇ ਨੂੰ ਨਚਾਉਂਦੇ ਹਨ। ਜਿਹੜਾ ਘੋੜੇ ਤੇ ਸਵਾਰ ਹੁੰਦਾ, ਘੋੜੇ ਦਾ ਮਾਹਰ
ਫਿਰ ਉਹ ਘੋੜੇ ਦੇ ਕਈ ਤਰ੍ਹਾਂ ਕਰਤੱਵ ਕਰਦਾ, ਕਈ ਅਗਲੇ ਪੌੜ ਤਾਂ ਨੂੰ ਕਰਦਾ ਏ, ਕਈ ਵਾਰਾਂ ਘੋੜੇ ਕੋ ਛਾਲ ਮਰਾ ਕੇ ਚੌਵੇਂ ਪੌੜ ਤਾਂ ਨੂੰ ਚੁਕਾਉਂਦੇ ਹਨ। ਸਮ ਸਥਾਨ ਬਿਖ ਕਹੂੰ ਪਲਾਵੇ। ਤੇ ਜਿੱਥੇ ਕਿਤੇ ਬਰਾਬਰ ਜਿਹਾ ਪੱਧਰਾ ਜਿਹਾ ਥਾਂ ਹੁੰਦਾ ਹੈ ਨਾ, ਫਿਰ ਮਹਾਰਾਜ ਅੱਡੀ ਲਾ ਕੇ ਘੋੜੇ ਨੂੰ ਦੜਾਉਂਦੇ ਹਨ। ਬੋਲੇ ਬਹੁ ਮਾਤਲ ਕੇ ਸਾਥ। ਤੇ ਆਪਣੇ ਮਾਮਾ ਕਿਰਪਾਲ ਚੰਦ ਜੀ ਦੇ ਨਾਲ ਕਈ ਤਰ੍ਹਾਂ ਦੇ ਬਚਨ ਕਰਦੇ ਜਾਂਦੇ ਨੇ। ਮਾਮਾ ਜੀ ਵੇਖਿਆ ਸੀ ਕਿੰਨਾ ਤੇਜ਼ ਘੋੜਾ ਭਜਾਇਆ। ਕਹੂੰ ਬਾਜ ਕੋ ਸੋ ਰਹਿ ਨਾਥ। ਤੇ ਕਈ ਵਾਰ ਮਹਾਰਾਜ ਚਿੱਟੇ ਰੰਗ ਦਾ ਜਿਹੜਾ ਬਾਜ ਹੈ ਕੋਲ, ਉਹਨੂੰ ਛੱਡਦੇ ਹਨ ਕਿਸੇ ਦਾ ਸ਼ਿਕਾਰ ਖੇਡਣ ਦੇ ਲਈ। ਜੇਠਾ ਆਦ ਜੇ ਨਰ ਲਖਨੌਰ। ਇਧਰ ਸਤਿਗੁਰੂ ਚੱਲ ਪਏ ਨੇ, ਮਤਾਵਾਂ ਚੱਲਣ ਲੱਗੀਆਂ ਤਾਂ ਭਾਈ ਜੇਠਾ ਤੇ ਹੋਰ ਜਿਹੜੇ ਲਖਨੌਰ ਦੇ ਸਿੱਖ ਸੇਵਕ ਨੇ, ਕਰ ਬੰਧਨ ਹਟ ਗਏ ਨਿਜ ਠੌਰ। ਇਹ ਸਾਰੇ ਹੀ ਨਮਸਕਾਰ ਕਰਕੇ ਦੂਰ ਤੀਕਰ ਆਏ, ਪਿੱਛੇ ਚੱਲ ਕੇ ਫਿਰ ਆਪੋ ਆਪਣੇ ਘਰਾਂ ਨੂੰ, ਆਪਣੇ ਨਗਰ ਨੂੰ ਚਲੇ ਗਏ। ਮਾਤ ਨਾਨਕੀ ਗੁਜਰੀ ਦੋਏ। ਸ਼੍ਰੀ ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਦੋਵੇਂ ਮਾਤਾਵਾਂ ਦੇ ਤਾਈ। ਸਹਿਤ ਪ੍ਰੇਮ ਸੇਵਾ ਜਿਸ ਜੋਏ। ਇਹਨਾਂ ਮਾਤਾਵਾਂ ਨੇ ਭਾਈ ਜੇਠੇ ਦੀ ਪ੍ਰੇਮ ਸਹਿਤ ਕੀਤੀ ਹੋਈ ਸੇਵਾ ਜਦੋਂ ਵੇਖੀ ਨਾ, ਵੀ ਜਿੰਨਾ ਚਿਰ ਅਸੀਂ ਰਹੇ ਹਾਂ 6 ਮਹੀਨੇ ਦਾ ਸਮਾਂ, ਵੀ ਭਾਈ ਜੇਠੇ ਨੇ ਬਹੁਤ ਭਾਵਨਾ ਨਾਲ ਸੇਵਾ ਕੀਤੀ ਹੈ, ਨਗਰ ਦੇ ਲੋਕਾਂ ਸੇਵਾ ਕੀਤੀ ਹੈ। ਸੁਖ ਸੋ ਬਸਹ ਵਧੇ ਪਰਵਾਰ। ਅਸੀਸ ਦਿੱਤੀ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਨੇ, ਹੇ ਭਾਈ ਜੇਠਾ, ਹੇ ਨਗਰ ਨਿਵਾਸੀਓ, ਸੁਖ ਨਾਲ ਕਹਿੰਦੇ ਵੀ ਵਸੋ ਇੱਥੇ, ਪਰਿਵਾਰ ਤੁਹਾਡਾ ਵੱਧਦਾ ਰਹੇ। ਦੁੱਧ ਪੂਤ ਹੋਏ ਸਦਨ ਮਝਾਰ। ਤੁਹਾਡੇ ਘਰ ਵਿੱਚ ਦੁੱਧ ਦੀ ਕਮੀ ਨਾ ਹੋਵੇ, ਅੱਗੇ ਦੂਧ ਪੂਤ ਸੰਤਾਨ ਦੀ ਕੋਈ ਔੜ ਨਾ ਆਵੇ, ਭਾਵ ਬੰਸ਼ ਚੱਲਦੀ ਹੀ ਰਹੇ, ਪੋਤਰੇ ਦੋਤਰੇ, ਇਹ ਪਰਿਵਾਰ ਅੱਗੇ ਵੱਧਦਾ ਹੀ ਰਹੇ। ਇਤਿਆਦਿਕ ਸਭ ਕੋ ਬਰ ਦੇ ਕੇ। ਇਤਿਆਦਿਕ ਸਾਰਿਆਂ ਨੂੰ ਹੀ ਵਰ ਦਿੱਤੇ। ਭਾਈ ਜੇਠੇ ਤੇ ਵੀ ਖੁਸ਼ ਹੋਏ, ਲਖਨੌਰ ਦੀਆਂ ਸੰਗਤਾਂ ਨੂੰ ਵੀ ਬਖਸ਼ਿਸ਼ਾਂ ਕੀਤੀਆਂ ਮਾਤਾਵਾਂ ਨੇ। ਸਿਅੰਦਨ ਪਰ ਆਰੂਢਨ ਹੋਇ ਕਰ। ਰਥ ਦੇ ਉੱਤੇ ਸਵਾਰ ਹੋ ਕੇ ਮਾਤਾ ਜੀ ਨਰ ਨਾਰਨ ਗਨ ਨਮੋ ਕਰਨ ਤੇ। ਸਭ ਜੋ ਮਾਈ ਭਾਈ ਹੈ ਨਗਰ ਦੇ ਮਾਤਾਵਾਂ ਨੂੰ ਨਮਸਕਾਰਾਂ ਕਰਦੇ ਨੇ ਤੁਰਦੇ ਸਮੇਂ, ਵੀ ਅੱਛਾ ਜੀ ਮਾਤਾ ਜੀ ਸਾਡੇ ਤੇ ਕਿਰਪਾ ਹੀ ਰੱਖਿਓ। ਫੇਰ ਬਿਸਰਤ ਪ੍ਰੇਮ ਨੈਣ ਜਲਵੰਤੇ। ਆ ਵਿਛੜਨ ਲੱਗਿਆ ਪ੍ਰੇਮ ਦੇ ਨਾਲ ਨੇਤਰਾਂ ਦੇ ਵਿੱਚੋਂ ਜਲ ਆ ਗਿਆ। ਨਗਰ ਦੀਆਂ ਸੰਗਤਾਂ 'ਚ ਵਿਰਾਗ ਆਇਆ ਵੀ 6 ਮਹੀਨੇ ਤੋਂ ਸਾਡਾ ਨਗਰ ਸੱਚਖੰਡ ਹੀ ਬਣਿਆ ਸੀ, ਵੀ ਸਾਹਿਬਜ਼ਾਦੇ ਦੇ ਮਾਤਾਵਾਂ ਦੀ ਸੇਵਾ ਕਰ ਰਹੇ ਸਾਂ। ਵਿਛੜਨ ਲੱਗਿਆਂ ਵਿਰਾਗ ਵਿੱਚ ਆ ਗਏ। ਦਾ ਧੀਰਜ ਮਿਰਦ ਬਾਕ ਉਚਾਰੇ। ਆ ਧੀਰਜ ਦਿੱਤੀ ਮਾਤਾ ਗੁਜਰੀ ਜੀ ਨੇ ਤੇ ਬੜੇ ਪਿਆਰ ਦੇ ਬਚਨ ਕਹੇ ਆ, ਵੀ ਅਸੀਂ ਤੁਹਾਡੇ ਕੋਲ ਹੀ ਕਿਤੇ ਗਏ ਥੋੜਾ ਹੈ, ਆਇਓ ਤੁਸੀਂ ਵੀ ਆਨੰਦਪੁਰ ਸਾਨੂੰ ਮਿਲਣ ਵਾਸਤੇ। ਰਥ ਪਰਸਥਾਨੀ ਪੰਥ ਮਝਾਰੇ। ਆ ਰਥ ਦੇ ਉੱਤੇ ਚੜ ਕਰਕੇ ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ ਰਸਤੇ ਨੂੰ ਚੱਲ ਪਏ ਆਨੰਦਪੁਰ ਦੇ। ਅਪਰ ਵਸਤ ਸਭ ਦਾਸ ਸੰਭਾਰੀ। ਹੋਰ ਜੋ ਕੋਈ ਵਸਤੂ ਸੀ ਉਹ ਸੇਵਕਾਂ ਨੇ ਸੰਭਾਲ ਕੇ ਗੱਡਿਆਂ ਤੇ ਲੱਦ ਲਈਆਂ। ਗਮਨੇ ਲੈ ਲੈ ਗੁਰੂ ਪਿਸਾਰੀ। ਆ ਗਮਨੇ ਲੈ ਲੈ ਵਸਤੂਆਂ ਲੈ ਲੈ ਕੇ ਸਤਿਗੁਰਾਂ ਦੇ ਪਿੱਛੇ ਹੀ ਚੱਲ ਪਿਆ ਵਹੀਰ ਸਾਰਾ, ਅੱਗੇ ਪਿੱਛੇ, ਅੱਗੇ ਮਹਾਰਾਜ ਪਿੱਛੇ ਮਾਤਾਵਾਂ, ਉਹ ਤੋਂ ਪਿੱਛੇ ਸੇਵਕ ਹੋਰ। ਚਲੇ ਜਾਮ ਜੁਗ ਮਾਰਗ ਵਿਖੈ। 2 ਪਹਿਰ 6 ਘੰਟਿਆਂ ਦਾ ਸਮਾਂ ਲਗਾਤਾਰ ਰਸਤੇ ਤੇ ਚੱਲਦੇ ਰਹੇ। ਭਾਨ ਢਰਿਓ ਜਬ ਲੋਚਨ ਪਿਖੈ। ਆ ਭਾਨ ਢਰਿਓ, ਕਹਿੰਦੇ ਵੀ ਸੂਰਜ ਢਲਿਆ ਜਦੋਂ ਵੇਖਿਆ ਨੇਤਰਾਂ ਦੇ ਨਾਲ। ਡੇਰਾ ਕਰਿਓ ਥਾਨ ਸੁਬਹੇਰਾ। ਆ ਸੋਹਣਾ ਥਾਂ ਵੇਖ ਕੇ ਡੇਰਾ ਕਰ ਲਿਆ ਵੀ ਹੁਣ ਸੂਰਜ ਛੇਪੀ ਜਾਣਾ ਹੈ, ਥੋੜੇ ਸਮੇਂ 'ਚ ਆਪਾਂ ਕਾਹਤੋਂ ਹੋਰ ਜਾਣਾ ਹੈ ਅੱਗੇ, ਆਹੀ ਥਾਂ ਠੀਕ, ਇੱਥੇ ਹੀ ਟਿਕੀਏ ਰਾਤ। ਖਾਨ ਪਾਨ ਅਨਵਾਏ ਕਨੇਰਾ। ਲੰਗਰ ਤਿਆਰ ਕੀਤਾ ਭੋਜਨ ਪ੍ਰਸ਼ਾਦਾ ਛਕਾਉਣ ਵਾਸਤੇ। ਆਇਓ ਬਹੀਰ ਆਇਓ ਤਿਹ ਮਿਲੇ। ਸਭ ਬਹੀਰ ਆਇਓ ਤੇ ਮਿਲੇ। ਇਹਨੇ ਨੂੰ ਮਹਾਰਾਜ ਪਹਿਲਾਂ ਉਤਰੇ ਨੇ, ਸਹਿਜੇ ਸਹਿਜੇ ਫਿਰ ਮਾਤਾਵਾਂ, ਬਾਕੀ ਵਹੀਰ ਸਾਰਾ ਹੀ ਆ ਕੇ ਉਸ ਥਾਂ ਤੇ ਪ੍ਰਾਪਤ ਹੋ ਗਿਆ, ਇੱਕ ਥਾਂ ਇਕੱਠਾ ਹੋ ਗਿਆ। ਹੋਏ ਤ੍ਰਿਪਤ ਬਿਸਰਾਮੇ ਭਲੇ। ਤ੍ਰਿਪਤ ਹੋ ਕੇ ਵਿਸ਼ਰਾਮ ਕੀਤਾ ਹੈ, ਭੋਜਨ ਛਕਿਆ, ਫਿਰ ਵਿਸ਼ਰਾਮ ਕੀਤਾ ਭਲੀ ਤਰ੍ਹਾਂ। ਸੁਪਤ ਜਥਾ ਸੁਖ ਨਿਸਾ ਬਿਤਾਈ। ਆ ਸੁਖ ਨਾਲ ਜਿੰਨਾ ਕੁ ਵਿਸ਼ਰਾਮ ਕਰਦੇ ਸੀ, 2 ਕੁ ਪਹਿਰ 6 ਘੰਟੇ ਇੰਨੇ ਕੁ ਸੌਂ ਕੇ ਜਦੋਂ ਪਹਿਰ ਰਾਤ ਬਾਕੀ ਰਹਿ ਗਈ।
ਭਏ ਪ੍ਰਾਤ ਤਿਆਰੀ ਕਰਵਾਈ। ਅੰਮ੍ਰਿਤ ਵੇਲਾ ਹੋਇਆ, ਉੱਠ ਕੇ ਕਿਰਿਆ ਸੋਧ ਇਸ਼ਨਾਨ ਕੀਤਾ ਤੇ ਅਨੰਦਪੁਰ ਨੂੰ ਜਾਣ ਦੀ ਤਿਆਰੀ ਕੀਤੀ ਵੀ ਛੇਤੀ ਚੱਲ ਪਈਏ। ਤਬ ਅਰੂੜ ਕਰ ਪੰਥ ਪਿਆਨੇ। ਉਸੇ ਵੇਲੇ ਆਪੋ ਆਪਣੇ ਸਾਧਨਾਂ ਦੇ ਅਸਵਾਰੀਆਂ ਤੇ ਅਸਵਾਰ ਹੋ ਕੇ ਅਨੰਦਪੁਰ ਸਾਹਿਬ ਦੇ ਮਾਰਗ ਨੂੰ ਤੁਰ ਪਏ। ਕਰਤ ਖੇਰ ਜਾਤ ਮੁਦ ਮਾਨੇ। ਰਾਹ ਵਿੱਚ ਜਿੱਥੇ ਕੋਈ ਜੰਗਲ ਵੇਲਾ ਆਉਂਦਾ ਉੱਥੇ ਸ਼ਿਕਾਰ ਖੇਡਦੇ ਆ, ਬੜੀ ਖੁਸ਼ੀ ਨਾਲ ਹਾਸ ਰਸ ਕਰਦੇ ਆ। ਗੁਰੂ ਗੋਬਿੰਦ ਸਿੰਘ ਜੀ ਜਾ ਰਹੇ ਹਨ। ਇਸ ਪ੍ਰਕਾਰ ਨਿਤ ਪ੍ਰਤ ਮਗ ਚਲੇ। ਗਰੀਬ ਨਿਵਾਸ ਸਾਹਿਬ ਸੱਚੇ ਪਾਤਸ਼ਾਹ ਇਸ ਪ੍ਰਕਾਰ ਇਸ ਤਰ੍ਹਾਂ ਨਿਤ ਪ੍ਰਤ ਨਿਤਾ ਪ੍ਰਤੀ ਭਾਵ ਕਿ ਦੂਜਾ ਦਿਨ ਨਹੀਂ ਕਿਤੇ ਠਹਿਰਦੇ, ਰਾਤ ਹੀ ਠਹਿਰਦੇ ਨੇ ਤੇ ਅੰਮ੍ਰਿਤ ਵੇਲੇ ਚੱਲ ਪੈਂਦੇ ਨੇ। ਨਿਤੀ ਅਨੰਦਪੁਰ ਸਾਹਿਬ ਨੂੰ ਆ ਰਹੇ ਹਨ। ਅਨੇਕ ਬਿਲਾਸਤ ਬਿਲਸਤ ਭਲੇ। ਕਈ ਤਰ੍ਹਾਂ ਦੇ ਬਿਲਾਸ ਕਰਦੇ ਨੇ, ਖੁਸ਼ ਹੁੰਦੇ ਨੇ, ਆਨੰਦਿਤ ਹੁੰਦੇ ਹਨ ਮਹਾਰਾਜ ਵੀ ਤੇ ਸਿੱਖ ਸੇਵਕ ਵੀ। ਗਮਨੇ ਜਾਹੇ ਸੰਗ ਸਮਦਾਏ। ਸਾਰੇ ਹੀ ਸੇਵਕ ਮਹਾਰਾਜ ਦੇ ਨਾਲ ਹੀ ਚੱਲੀ ਜਾ ਰਹੇ ਹਨ ਅਨੰਦਪੁਰ ਸਾਹਿਬ ਨੂੰ। ਮਿਲੇ ਸਿੱਖ ਜਹ ਜਹ ਸੁਨ ਪਾਏ। ਰਾਹ ਵਿੱਚ ਜਿੱਥੇ ਕਿਥੇ ਕੋਈ ਨਗਰ ਵਿੱਚ ਸਿੱਖ ਸੇਵਕ ਰਹਿੰਦੇ ਆ, ਉਹਨਾਂ ਨੂੰ ਪਤਾ ਲੱਗਦਾ ਵੀ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਮਹਾਰਾਜ ਸਾਹਿਬ ਦੇ ਮਹਿਲ, ਉਹਨਾਂ ਦੇ ਮਾਤਾ ਜੀ, ਉਹਨਾਂ ਦੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਆ ਰਹੇ ਨੇ। ਸੁਣ ਸੁਣ ਕਈ ਦਰਸ਼ਨ ਕਰਨ ਦੇ ਲਈ ਅੱਗੇ ਆ ਕੇ ਮਿਲਦੇ ਹਨ ਸਿੱਖ ਸੇਵਕ। ਅਰਪ ਅਕੋਰਨ ਸੇਵਾ ਠਨ। ਆਪੇ ਢਾਵਾਂ ਮਹਾਰਾਜ ਦੇ ਅੱਗੇ ਲਿਆ ਕੇ ਅਰਪਣ ਕਰਦੇ ਨੇ, ਫਿਰ ਸੇਵਾ ਕਰਦੇ ਨੇ ਜਿੰਨੀ ਹੋ ਸਕਦੀ ਹੈ। ਖਾਨ ਪਾਨ ਤ੍ਰਿਣ ਦਾਨਾ ਆਨੇ। ਜਿਵੇਂ ਮਹਾਰਾਜ ਸਾਹਿਬ ਦੇ ਲੰਗਰ ਦੀਆਂ ਰਸਤਾਂ, ਖਾਣ ਛਕਣ ਛਕਾਉਣ ਦੇ ਲਈ, ਘੋੜਿਆਂ ਦੇ ਲਈ ਘਾਹ ਦਾਣਾ ਪੱਠਾ ਆਦਿਕ, ਦੁੱਧ ਦੇ ਘੜੇ ਭਰ ਭਰ ਕੇ, ਮੱਖਣ ਦੇ, ਦਹੀਂ ਦੇ, ਹੋਰ ਪਦਾਰਥ ਲੈ ਲੈ ਕੇ ਆਉਂਦੇ ਹਨ। ਨਮੋ ਚਰਨ ਕਰ ਬਿਖੇ ਸਰੂਪ। ਮਹਾਰਾਜ ਦਾ ਸੁੰਦਰ ਬਾਲ ਸਰੂਪ ਵੇਖਦੇ ਨੇ, ਵੇਖ ਕੇ ਖੁਸ਼ ਹੁੰਦੇ ਤੇ ਨਮਸਕਾਰ ਕਰਦੇ ਹਨ। ਦਿਪਹਿ ਤੇਜ ਬੜ ਭੂਪਨ ਭੂਪ। ਇਹ ਕੀ ਵੇਖਦੇ ਐ ਵੀ ਸਰੂਪ ਤਾਂ ਹਾਲਾਂ ਸਰੀਰ ਦਾ ਭਾਵੇਂ ਛੋਟਾ ਹੈ, ਪਰ ਇਉਂ ਦੇਖਦੇ ਨੇ ਤੇਜ ਇਸ ਤਰ੍ਹਾਂ ਹੈ ਜਿਵੇਂ ਵੱਡੇ ਕੋਈ ਰਾਜਿਆਂ ਦੇ ਰਾਜੇ ਹੋਣ, ਬਾਦਸ਼ਾਹਾਂ ਦੇ ਕੋਈ ਪਾਤਸ਼ਾਹ ਹੋਣ। ਗੁਰਮੂਰਤ ਕੀ ਸੂਰਤ ਰੂਰੀ। ਮਹਾਰਾਜ ਸਾਹਿਬ ਜੀ ਜੀ ਸਤਿਗੁਰਾਂ ਦੀ ਜੋ ਮੂਰਤੀ ਹੈ, ਮਹਾਰਾਜ ਦਸਮ ਪਾਤਸ਼ਾਹ ਦਾ ਜੋ ਸਰੀਰ ਹੈ, ਫਿਰ ਸਤਿਗੁਰਾਂ ਦਾ ਜੋ ਮੁਖਾਰ ਬਿੰਦ ਹੈ, ਜੋ ਸੂਰਤ ਹੈ, ਬਹੁਤ ਹੀ ਸੁੰਦਰ ਹੈ। ਗੁਣ ਚਾਤੁਰਤ ਦਾਕ ਭਰਪੂਰੀ। ਗੁਣਾਂ ਦੇ ਵਿੱਚ ਮਹਾਰਾਜ ਬਹੁਤ ਚਤੁਰ, ਬੜੇ ਸਿਆਣਕ ਹਨ, ਬਾਰ ਸ੍ਰੇਸ਼ਟ ਨੇ, ਪੂਰੇ ਗੁਣ ਨੇ ਮਹਾਰਾਜ ਸਾਹਿਬ ਵਿੱਚ। ਕਿਤਕ ਸਮੇਂ ਲਗ ਦੇਖਤ ਰਹੇ। ਤੇ ਜਿਹੜਾ ਕੋਈ ਸਿੱਖ ਰਾਹ ਵਿੱਚ ਸੁਣ ਕੇ ਵੀ ਦਸਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਿਬਜ਼ਾਦੇ ਨੂੰ ਵੇਖਣ ਜਾਣਾ, ਜਦੋਂ ਦਰਸ਼ਨ ਕਰਦੇ ਤੇ ਕਿੰਨਾ ਕਿੰਨਾ ਸਮਾਂ ਮਹਾਰਾਜ ਦੇ ਚਿਹਰੇ ਵਾਲੀ ਵੇਖੀ ਜਾਂਦੇ ਵੀ ਕਿਆ ਨੂਰ ਹੈ, ਵੀ ਕੈਸਾ ਤੇਜ ਪ੍ਰਤਾਪ ਹੈ। ਦਰਸ਼ਨ ਕਰ ਕਰਕੇ ਖੁਸ਼ ਹੁੰਦੇ ਹਨ ਵੀ ਸਾਡਾ ਇੱਥੇ ਜੀਵਨ ਸਫਲ ਹੋ ਗਿਆ, ਧੰਨ ਭਾਗ ਨੇ ਜੋ ਮਹਾਰਾਜ ਦੇ ਸਾਹਿਬਜ਼ਾਦੇ ਨੂੰ ਵੇਖਿਆ ਅੱਜ। ਉਠਿਓ ਨਾ ਜਾਏ ਉਠਨ ਔਰ ਚਾਹੇ। ਉਠਿਓ ਨਾ ਜਾਏ ਉਠਨ ਔਰ ਚਾਹੇ। ਕਹਿੰਦੇ ਵੀ ਦਿਲ ਵਿੱਚ ਚਾਹੁੰਦੇ ਤੇ ਆ ਵੀ ਹੁਣ ਉੱਠ ਕੇ ਚਲੋ ਘਰੇ ਜਾਈਏ, ਕੰਮ ਸੰਭਾਲੀਏ, ਪਰ ਉੱਠਿਆ ਹੀ ਨਹੀਂ ਜਾਂਦਾ। ਮਨ ਕਹਿੰਦਾ ਵੀ ਬੈਠਾ ਹੀ ਰਹਿ, ਹਾਲਾਂ ਵੇਖੀ ਜਾ, ਦਿਨ ਫੇਰ ਨਹੀਂ ਆਉਣਾ। ਨੀਠ ਨੀਠ ਕਰ ਸਦਨ ਸਿਧਾਰੇ। ਤੇ ਜੇ ਕਿਤੇ ਜਾਣਾ ਪੈਂਦਾ ਸਹਿਜੇ ਸਹਿਜੇ ਕਰਕੇ, ਪਿੱਛਾ ਭੌਂ ਭੌਂ ਕੇ ਵੇਖਦੇ ਜਿੰਨਾ ਚਿਰ ਮਹਾਰਾਜ ਦੇ ਦਰਸ਼ਨ ਹੁੰਦੇ, ਫੇਰ ਘਰਾਂ ਨੂੰ ਜਾਂਦੇ ਹਨ ਸੇਵਕ। ਅਦਕ ਪ੍ਰਸ਼ੰਸਾ ਮਿਲੇ ਉਚਾਰੇ। ਰਾਹ ਵਿੱਚ ਜਾਂਦੇ ਆ ਮਿਲ ਮਿਲ ਕੇ ਬੜੀ ਪ੍ਰਸ਼ੰਸਾ ਕਰਦੇ ਨੇ ਗੁਰੂ ਸਾਹਿਬ ਦੇ ਸਰੂਪ ਦੇ ਦਰਸ਼ਨਾਂ ਦੀ। ਜਗ ਉਗੁਰਤਾ ਬਰ ਉਚਤ ਬਡੇਰਾ। ਜਗ ਗੁਰਤਾ ਬਰ ਉਚਤ ਬਡੇਰਾ, ਵੀ ਜੋ ਜਗਤ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਗੁਰਤਾ ਗੱਦੀ ਬੜੀ ਸ੍ਰੇਸ਼ਟ ਤੇ ਸਭ ਤੋਂ ਉੱਚੀ ਤੇ ਵੱਡੀ ਹੈ। ਸੁਤ ਸ੍ਰੀ ਤੇਗ ਬਹਾਦਰ ਕੇਰਾ। ਸੁਤ ਸ੍ਰੀ ਤੇਗ ਬਹਾਦਰ ਕੇਰਾ। ਕਹਿੰਦੇ ਜੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੁਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਨ, ਇਹ ਜਗਤ ਦੇ ਵਿੱਚ ਜੋ ਸ੍ਰੇਸ਼ਟ ਗੁਰਤਾ ਗੱਦੀ ਦੀ ਵਡਿਆਈ ਹੈ, ਉਸ ਗੁਰਿਆਈ ਤੇ ਬੈਠਣ ਦੇ ਲਾਇਕ ਨੇ, ਯੋਗ ਹਨ। ਜਿਨ ਮੋਹ ਲਸਨ ਜਥਾ ਪਿਤਾਮਾ। ਤੇ ਜਿਹੜੇ ਕੋਈ ਬਜ਼ੁਰਗ ਸਿੱਖ ਨੇ ਜਿਨ੍ਹਾਂ ਦੀ ਉਮਰ ਕਾਫੀ ਹੋ ਚੁੱਕੀ ਹੈ, ਉਹ ਕਹਿੰਦੇ ਤੁਹਾਨੂੰ ਅਸੀਂ ਦੱਸਦੇ ਆਪਣੇ ਨਾਲਦਿਆਂ ਨੂੰ ਵੀ ਅਸੀਂ ਇਹਨਾਂ ਦੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ ਕੀਰਤਪੁਰ ਸਾਹਿਬ, ਤੇ ਇਹਨਾਂ ਦਾ ਸਰੀਰ ਵੇਖ ਕੇ ਤਾਂ ਇਉਂ ਲੱਗਦਾ ਹੈ ਵੀ ਇਹਨਾਂ ਦੇ ਲੱਛਣ ਸਾਰੇ ਹੀ ਆਪਣੇ ਦਾਦੇ ਗੁਰੂ ਹਰਗੋਬਿੰਦ ਸਾਹਿਬ ਵਰਗੇ ਹਨ। ਉਹਨਾਂ ਵਾਂਗ ਹੀ ਇਹਨਾਂ ਦਾ ਸਰੀਰ ਖੁੱਲਾ ਡੁੱਲਾ
ਤੇ ਹੱਸਦੇ ਵੀ ਉਵੇਂ ਹੀ ਨੇ। ਅਤੇ ਸਤਰੂ ਘਾਲਿਓ ਸੰਗਰਾਮਾ। ਆ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਹੁਤ ਸ਼ਤਰੂ ਵੈਰੀ ਜਿਹੜੇ ਵੈਰ ਵਿਰੋਧ ਕਰਦੇ ਸਨ ਜੰਗ ਕਰਕੇ ਨਾਸ਼ ਕੀਤੇ। ਦਿੱਲੀ ਪਤ ਸਗਰੇ ਜਗ ਸਾਹੂ। ਆ ਜੋ ਦਿੱਲੀ ਦਾ ਬਾਦਸ਼ਾਹ ਹੈ ਸਭ ਇਲਾਕੇ 'ਚ ਜਿਹਦਾ ਹੁਕਮ ਚੱਲਦਾ ਏ। ਪਾਏ ਪਰਾਜੇ ਭੈ ਔਰ ਮਾਹੂ। ਉਹ ਸ਼ਾਹਜਹਾਨ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਕੋਲੋਂ ਪਰਾਜੇ ਪਾ ਕੇ ਡਰ ਗਿਆ। 4 ਵਾਰਾਂ ਫੌਜ ਭੇਜੀ, 5ਵੀਂ ਰਾਣੀ ਫਿਰ ਮੂੰਹ ਕੀਤਾ। ਅਪਰਨ ਕੀ ਗਿਣਤੀ ਕੋ ਕਹੈ। ਇਸ ਤਰ੍ਹਾਂ ਆਪਸ ਵਿੱਚ ਜਿਹੜੇ ਕੋਈ ਸਿਆਣੇ ਸਿੱਖ ਨੇ ਉਮਰ ਕਰਕੇ ਦੂਜਿਆਂ ਨੂੰ ਦੱਸਦੇ ਜਾ ਰਹੇ ਹੈ ਵੀ ਗੁਰੂ ਸਾਹਿਬ ਨੇ ਬੜੇ ਜੰਗ ਯੁੱਧ ਕੀਤੇ। ਹੋਰ ਆਮ ਲੋਕਾਂ ਦੀ ਤੇ ਕੀ ਗਿਣਤੀ ਮਿਣਤੀ ਆ। ਹਿੰਦੁਸਤਾਨ ਦਾ ਬਾਦਸ਼ਾਹ ਨਹੀਂ ਗੁਰੂ ਹਰਗੋਬਿੰਦ ਸਾਹਿਬ ਅੱਗੇ ਟਿਕ ਸਕਿਆ। ਬੜੇ ਬਹਾਦਰ ਸਭ ਨਰ ਲਹੇ। ਇਹ ਤਾਂ ਸਾਰਿਆਂ ਵੇਖਿਆ ਜਿਨ੍ਹਾਂ ਜਿਨ੍ਹਾਂ ਨੇ ਵੀ ਮਹਾਰਾਜ ਦੇ ਯੁੱਧ ਵੇਖੇ ਸੁਣੇ ਵੀ ਬੜੇ ਵੀਰ ਬਹਾਦਰ ਸਨ। ਤਿਨ ਸਮ ਕ੍ਰਾਂਤ ਇਨਹੁ ਕੀ ਹੇਰੀ। ਤੇ ਕਹਿੰਦੇ ਵੀ ਬਸ ਜਿਵੇਂ ਉਹਨਾਂ ਨੇ ਕੀਤੇ ਜੰਗ ਯੁੱਧ ਤੇ ਕੋਈ ਅੱਗੇ ਉਹਨਾਂ ਦੇ ਅੜ ਨਹੀਂ ਸਕਿਆ। ਉਹਨਾਂ ਦੇ ਵਰਗੀ ਕ੍ਰਾਂਤੀ, ਉਹਨਾਂ ਵਰਗੀ ਸੁੰਦਰਤਾ, ਪ੍ਰਭਾਵ, ਤੇਜ ਪ੍ਰਤਾਪ, ਨੁਹਾਰ, ਅੰਗ ਪ੍ਰਤੰਗ ਸਾਰਾ ਕੁਝ ਹੀ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂ ਹਰਗੋਬਿੰਦ ਸਾਹਿਬ ਵਾਂਗ ਹੀ ਆ। ਬਾਲ ਯਾਰ ਬਲ ਵੇਖੇ ਬਡੇਰੀ। ਹਾਂ ਉਮਰ ਵੇਖੋ ਬਾਲਕਾਂ ਵਾਲੀ ਹੈ ਪਰ ਬਾਲਕ ਉਮਰ ਦੇ ਵਿੱਚ ਵੀ ਕ੍ਰਾਂਤੀ ਕਿੰਨੀ ਹੈ, ਪ੍ਰਤਾਪ ਕਿੰਨਾ ਹੈ ਚਿਹਰੇ ਦਾ ਇਹਨਾਂ ਦੇ। ਇਤਿਆਦਕ ਮਗ ਕੇ ਪ੍ਰੋਗਰਾਮੋ। ਇਸ ਤਰ੍ਹਾਂ ਜਿਹੜੇ ਰਾਹ ਵਿੱਚ ਨਗਰ ਆਉਂਦੇ ਆ ਜਿੱਧਰ ਦੀ ਸਤਿਗੁਰੂ ਅਨੰਦਪੁਰ ਸਾਹਿਬ ਨੂੰ ਜਾ ਰਹੇ ਨੇ ਉਹਨਾਂ ਨਗਰਾਂ ਦੇ ਲੋਕ ਹੇਰ ਹੇਰ ਹਰਖੇ ਬਰਾਮੋ। ਮਹਾਰਾਜ ਨੂੰ ਵੇਖ ਵੇਖ ਦਰਸ਼ਨ ਕਰ ਕਰਕੇ ਬਹੁਤ ਖੁਸ਼ ਹੁੰਦੇ ਨੇ ਵੀ ਬੜੇ ਸੁੰਦਰ ਸਰੂਪ ਸਤਿਗੁਰੂ ਹਨ। ਉਹ ਲੰਘ ਗਏ ਰੋਪਰ ਪੁਰ ਚਾਲਤ। ਚਲਦਿਆਂ ਮਹਾਰਾਜ ਰੋਪੜ ਆਇਆ। ਰੋਪੜ ਸ਼ਹਿਰ ਵੀ ਲੰਘ ਕੇ ਅੱਗੇ ਚਲੇ ਗਏ। ਸਨੇ ਸਨੇ ਮਜਲਾ ਲਪਤ ਡਾਲਤ। ਸਹੀਏ ਜਾਂਦੇ ਨੇ ਅਲਪ ਮੰਜ਼ਿਲ ਕਰਦੇ ਆ। ਉਵੇਂ 12 ਕੋਹ ਦਾ ਪੈਂਡਾ ਹੁੰਦਾ ਸੀ ਮੰਜ਼ਿਲ ਦਾ ਪਰ ਉਹ ਤੋਂ ਘੱਟ ਹੀ ਜਿਹੜਾ ਪੈਂਡਾ ਤੈਅ ਕਰਕੇ ਤੇ ਫਿਰ ਟਿਕ ਜਾਂਦੇ ਹਨ। ਪ੍ਰਥਮ ਗਈ ਸੁਧ ਕੀਰਤਪੁਰ ਮੈਂ। ਜਦੋਂ ਕੀਰਤਪੁਰ ਸਾਹਿਬ ਦੇ ਲਾਗੇ ਜੇ ਆ ਗਏ ਤਾਂ ਉੱਥੇ ਪਹਿਲਾਂ ਹੀ ਖਬਰ ਚਲੇ ਗਈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਰਹੇ ਨੇ। ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਿਬਜ਼ਾਦੇ। ਸੁਨਤ ਪਰਮੋਦ ਨਾਰ ਨਰ ਔਰ ਇਹ ਖਬਰ ਜਾਣ ਦੀ ਦੇਰ ਸੀ ਵੀ ਕੀਰਤਪੁਰ ਦੇ ਨਰ ਨਾਰੀ ਮਾਈ ਭਾਈ ਬੜੇ ਹੀ ਖੁਸ਼ ਆਨੰਦਿਤ ਹੋਏ। ਸੁਣਦੇ ਹੁੰਦੇ ਸਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਿਬਜ਼ਾਦੇ ਦੀਆਂ ਕਹਿੰਦੇ ਇੱਥੇ ਸਾਖੀਆਂ ਗੱਲਾਂ ਜੇ ਕੋਈ ਸਿੱਖ ਆਉਂਦਾ ਸੀ ਦੱਸਦਾ ਹੁੰਦਾ ਸੀ ਅੱਜ ਦਰਸ਼ਨ ਕਰਾਂਗੇ ਉਹਨਾਂ ਦੇ। ਸੂਰਜ ਮਲ ਕੇ ਪੋਤਰੇ ਦੋਏ। ਤੇ ਜੋ ਬਾਬਾ ਸੂਰਜ ਮਲ ਜੀ ਹੈ ਬਾਬੇ ਗੁਰਦਿੱਤੇ ਤੋਂ ਛੋਟੇ ਦੂਜੇ ਥਾਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦੇ ਉਹਨਾਂ ਦੇ 2 ਅੱਗੇ ਪੋਤਰੇ ਸਨ। ਨਿਕਸੇ ਲੈਣ ਅਗਾਊ ਹੋਏ। ਉਹਨਾਂ ਪੋਤਰਿਆਂ ਨੂੰ ਪਤਾ ਲੱਗਾ ਵੀ ਸਾਡੇ ਹਾਣ ਪ੍ਰਵਾਨ ਦੇ ਹੀ ਨੇ ਮਹਾਰਾਜ ਜੀ ਤਾਂ ਇਹ ਵੀ ਕਹਿੰਦੇ ਬੜੀ ਚਾਅ ਨਾਲ ਖੁਸ਼ੀ ਨਾਲ ਅੱਗੋਂ ਲੈਣ ਵਾਸਤੇ ਕੀਰਤਪੁਰੋਂ ਨਿਕਲ ਆਏ। ਗਣੀ ਗਰੀਬ ਅਪਰ ਨਰ ਸਾਰੇ। ਹੋਰ ਕੀ ਅਮੀਰ ਕੀ ਗਰੀਬ ਜਿਹੜਾ ਵੀ ਕੋਈ ਗੁਰੂ ਦਾ ਪ੍ਰੇਮੀ ਸਿੱਖ ਸਾਰੇ ਹੀ ਕੀਰਤਪੁਰ ਤੋਂ ਰੋਪੜ ਵਾਲੇ ਰਸਤੇ ਨੂੰ ਬਾਹਰ ਵਾਰ ਨੂੰ ਚੱਲ ਪਏ। ਨਿਕਸੇ ਸੰਗ ਜੋਗਮ ਪਰਵਾਰੇ। 4 ਸਫੇਰੇ ਘੇਰਾ ਘੱਤ ਲਿਆ ਬਾਬਾ ਸੂਰਜਮਲ ਜੀ ਦਾ ਵੀ ਸਾਰਾ ਪਰਿਵਾਰ ਸਿੱਖ ਸੰਗਤ ਤੇ ਵਿਚਕਾਰ ਬਾਬੇ ਸੂਰਜਮਲ ਦੇ ਦੋਵੇਂ ਪੋਤਰੇ ਅੱਗੇ ਅੱਗੇ ਨੂੰ ਜਾ ਰਹੇ ਹਨ। ਵਹਿਰ ਦੂਰ ਆਏ ਹਿਤ ਆਦਰ। ਕੀਰਤਪੁਰ ਸਾਹਿਬ ਤੋਂ ਬਾਹਰ ਦੂਰ ਤੀਕਰ ਸਤਕਾਰ ਕਰਨ ਲਈ ਜਿਉ ਆਇਆ ਕਰਨ ਲਈ ਆਓ ਭਗਤ ਕਰਨ ਵਾਸਤੇ ਆਣ ਖਲੋਤੇ। ਲਖ ਨੰਦਨ ਸ੍ਰੀ ਤੇਗ ਬਹਾਦਰ। ਇਹ ਜਾਣ ਕੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੋ ਨਾਵੇਂ ਪਾਤਸ਼ਾਹ ਨੇ ਜਗਤ ਦੇ ਮਾਲਕ ਉਹਨਾਂ ਦੇ ਸਾਹਿਬਜ਼ਾਦੇ ਉਹਨਾਂ ਦੀ ਮਾਤਾ ਉਹਨਾਂ ਦੇ ਮਹਿਲ ਆ ਰਹੇ ਹਨ। ਬੰਧਨ ਕਰੀ ਸਰਬ ਹੀ ਮਿਲੇ। ਜਦੋਂ ਮਹਾਰਾਜ ਸਾਹਿਬ ਜੀ ਪਹੁੰਚੇ ਨੇੜੇ ਤੇ ਸਾਰਿਆਂ ਨੇ ਮਿਲ ਕਰਕੇ ਬੰਦਨਾ ਕੀਤੀ ਨਮਸਕਾਰ ਕੀਤੀ ਸਤਿਗੁਰਾਂ ਨੂੰ। ਕੁਸ਼ਲ ਪ੍ਰਸੰਨ ਕਰ ਦੋਹ ਦਿਸ ਭਲੇ। ਦੋਹਾਂ ਦਿਸ਼ਾਵਾਂ ਤੋਂ ਕੁਸ਼ਲ ਪ੍ਰਸੰਨਤਾ ਭਾਵ ਕੇ ਸੁਖ ਆਨੰਦ ਇੱਕ ਦੂਜੇ ਨੂੰ ਪੁੱਛਿਆ ਗਿਆ। ਮਹਾਰਾਜ ਨੇ ਕੀਰਤਪੁਰ ਤੋਂ ਜਿਹੜੀ ਸੰਗਤ ਆਈ ਹੈ ਉਹਨਾਂ ਨੂੰ ਪੁੱਛਿਆ ਇਹਨਾਂ ਨੇ ਮਹਾਰਾਜ ਨੂੰ ਪੁੱਛਿਆ। ਕਹਿਤ ਬਤਕ ਅੰਤਰ ਲੈ ਗਏ। ਇਸ ਤਰ੍ਹਾਂ ਕਹਿੰਦਿਆਂ ਸੁਣਦਿਆਂ ਪਿਆਰ ਦੇ ਪ੍ਰੇਮ ਦੇ ਬਚਨ ਫੁੱਲਾਂ ਦੀ ਵਰਖਾ ਕਰਕੇ ਸਤਿਕਾਰ ਕਰਕੇ ਕੀਰਤਪੁਰ ਸਾਹਿਬ ਦੇ ਅੰਦਰ ਲੈ ਆਏ। ਡੇਰਾ ਕਰਨ ਉਤਾਰਤ ਭਏ। ਜਿੱਥੇ ਡੇਰਾ ਕਰਾਉਣਾ ਸੀ ਸੋਹਣੀ ਥਾਂ ਦੇ ਉੱਤੇ ਮਹਾਰਾਜ ਦਾ ਉਤਾਰਾ ਕਰਵਾਇਆ ਵੀ ਇੱਥੇ ਮਹਾਰਾਜ ਪੜਾ ਰੱਖੋ ਆਪ। ਸੁੰਦਰ ਸਦਨ ਸਿਧਾਰ ਪ੍ਰਵੇਸ਼। ਤੇ ਜਦੋਂ ਬਾਹਰ ਘੋੜੇ ਕੱਸ ਦਿੱਤੇ
ਅਗਾੜਾ ਪਛਾੜਾ ਲਾ ਕੇ ਹੋਰ ਜੋ ਰਥ ਪਾਲਕੀਆਂ ਉਹਨਾਂ ਦਾ ਵੀ ਟਿਕਾਣਾ ਕਰਤਾ। ਸੋਹਣੇ ਘਰ ਬਣੇ ਹੋਏ ਸਨ ਮਹਾਰਾਜ ਦੇ, ਜੋ ਬਾਬਾ ਗੁਰਦਿੱਤਾ ਜੀ ਨੇ ਬਣਵਾਏ ਸਨ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਰਹਿੰਦੇ ਰਹੇ। ਉਹ ਸੋਹਣੇ ਘਰਾਂ ਦੇ ਵਿੱਚ ਪ੍ਰਵੇਸ਼ ਕਰਵਾਇਆ ਮਹਾਰਾਜ ਦਾ। ਦਸਿਓ ਪਰਯੰਕ ਪੀਠ ਪਰ ਬੈਸੇ, ਪਲੰਘਾ ਡੱਠਾ ਹੋਇਆ ਸੀ, ਪਹਿਲਾਂ ਹੀ ਸੋਹਣੀਆਂ ਵਿਛਾਈਆਂ, ਵੱਡਾ ਸਰਾਣਾ ਰੱਖਿਆ, ਉਹਦੀ ਪਿੱਠ ਦੇ ਉੱਪਰ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਿਰਾਜਮਾਨ ਹੋ ਗਏ। ਸਤਿਗੁਰੂ ਭੋਜਨ ਲਗੇ ਤਦਾਈ, ਜਦੋਂ ਬੈਠ ਗਏ ਤੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਪੁੱਛਦੇ ਹਨ, ਦੇਹੋ ਆਪਣੇ ਨਾਮ ਬਤਾਈ। ਜੋ ਬਾਬਾ ਸੂਰਜਮਲ ਜੀ ਦੇ ਪੋਤਰੇ ਨੇ, ਉਹਨਾਂ ਨੂੰ ਕਹਿੰਦੇ ਵੀ ਤੁਸੀਂ ਆਪਣਾ ਨਾਮ ਦੱਸ ਦਿਓ ਵੀ ਤੁਹਾਡਾ ਨਾਮ ਕੀ ਹੈ। ਹਮ ਸਮ ਬਾਲ ਬੈਸ ਮਿਲ ਖੇਲੇ, ਕਿਉਂਕਿ ਸਾਡੇ ਵਾਂਗ ਹੀ ਤੁਹਾਡੀ ਵੀ ਬਾਲ ਕੁਮਰਾ, ਆਪਾਂ ਕਹਿੰਦੇ ਮਿਲ ਕੇ ਖੇਡਾ ਕਰਿਆ ਕਰਾਂਗੇ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਰਾਖੇ ਨਿਕਟ ਮੇਲ ਨਿਜ ਮੇਲੇ, ਮਹਾਰਾਜ ਕਹਿੰਦੇ ਤੁਹਾਨੂੰ ਆਪਣੇ ਕੋਲ ਹੀ ਰੱਖਿਆ ਕਰਨਾ, ਅਸੀਂ ਹੁਣ ਵੱਖਰੇ ਨਹੀਂ ਰਹਿਣ ਦੇਣਾ। ਮੇਲ ਨਿਜ ਮੇਲਾ, ਆਪਣੇ ਮੇਲ ਵਿੱਚ ਹੀ ਮੇਲ ਲਵਾਂਗੇ। ਸੁਣ ਤਮੇਵੜੇ ਬਿਦਤ ਬਤਾਏ, ਉਹ ਤਾਂ ਬੋਲੇ ਨਹੀਂ। ਹਾਲਾਂ ਬਾਬਾ ਸੂਰਜਮਲ ਦੇ ਪੁੱਤਰੇ ਜਿਹੜਾ ਕੋਈ ਸਿੱਖ ਲਾਗੇ ਅਰਦਾਸੀਆ ਖਲੋਤਾ ਸੀ, ਉਹ ਸੁਣ ਕੇ ਕਹਿਣ ਲੱਗਾ, ਸ੍ਰੀ ਸੂਰਜਮਲ ਤੁਮਰੇ ਤਾਏ। ਕਹਿੰਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜੋ ਬਾਬਾ ਸੂਰਜਮਲ ਜੀ ਤੁਹਾਡੇ ਤਾਇਆ ਜੀ ਲੱਗਦੇ, ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੇ ਵੱਡੇ ਭਰਾਤਾ ਜੀ ਸਨ। ਤਿਨ ਕੇ ਦੋਏ ਪੋਤਰੇ ਸੁਭ ਇਹੀ, ਆਏ ਦੋਵੇਂ ਹੀ ਜਾਣੇ ਜਿਹੜੇ ਸੋਹਣੇ ਫੱਬਦੇ ਨੇ, ਉਹਨਾਂ ਦੇ ਪੋਤਰੇ ਹਨ। ਰਿਸ਼ਤੇਦਾਰੀ ਚ ਮਹਾਰਾਜ ਤੁਹਾਡੇ ਭਤੀਜੇ ਹੀ ਲੱਗਦੇ ਨੇ। ਗਏ ਅਬਹਿ ਬੈਕੁੰਠ ਤਜ ਦੇਹੀ, ਬਾਬਾ ਸੂਰਜਮਲ ਜੀ ਤਾਂ ਸੱਚਖੰਡ ਨੂੰ ਚਲੇ ਗਏ ਨੇ ਇਸ ਸਮੇਂ, ਜੋ ਤੁਹਾਡੇ ਤਾਇਆ ਜੀ ਹਨ। ਨਾਮ ਗੁਲਾਬ ਰਾਏ ਇਹ ਜੇਠੇ, ਤੇ ਆ ਮਹਾਰਾਜ ਵੱਡਾ ਪੁੱਤਰ ਜਿਹੜਾ ਹੈ, ਪੋਤਰਾ ਜਿਹੜਾ ਇਹ ਤੁਹਾਡਾ ਭਤੀਜਾ, ਇਹਦਾ ਨਾਮ ਗੁਲਾਬ ਰਾਏ ਹੈ। ਸਿਆਮ ਦਾਸ ਲਗ ਜੋ ਟਿਕ ਬੈਠੇ, ਆ ਜਿਹੜਾ ਤੁਹਾਡੇ ਕੋਲ ਬੈਠਾ ਛੋਟਾ, ਇਹ ਮਹਾਰਾਜ ਸਿਆਮ ਦਾਸ ਇਸ ਦਾ ਨਾਮ ਹੈ। ਰਹੇ ਅਲੰਬ ਤੁਮਰੇ ਅਬੇ, ਰਹੇ ਅਲੰਬ ਤੁਮਾਰੇ ਅਬੇ, ਮਹਾਰਾਜ ਹੁਣ ਤੁਹਾਡੇ ਆਸਰੇ ਹੀ ਹੈ, ਤੁਸੀਂ ਇਹਨਾਂ ਦੇ ਕਿਰਪਾ ਰੱਖਣੀ ਹੈ। ਤੁਹਾਡੇ ਤਾਇਆ ਜੀ ਦੇ ਪੁੱਤਰੇ ਨੇ, ਤੁਹਾਡੇ ਵੀ ਭਤੀਜੇ ਨੇ, ਭਾਵੇਂ ਹਾਣ ਦੇ ਹੀ ਲੱਗਦੇ ਹਨ। ਏਕ ਗੁਰੂ ਕੀ ਸੰਤਤ ਸਭ, ਇੱਕੋ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅੰਸ਼ ਬੰਸ ਹੀ ਹੋਇਆ, ਆਪ ਉਹਨਾਂ ਦਾ ਹੀ ਬਾਗ ਪਰਿਵਾਰ, ਉਹ ਵਧਿਆ ਫਲਿਆ ਹੋਇਆ ਸੋਢੀਆਂ ਦੀ ਬੰਸ ਵਿੱਚੋਂ। ਇਤਿਆਦਕ ਬੋਲੇ ਬਹੁ ਬਾਤ, ਹੋਰ ਵੀ ਇਸ ਤਰ੍ਹਾਂ ਦੇ ਬਹੁਤ ਬਚਨ ਬਲਾਸ ਹੋਏ ਹਨ। ਇਤਨ ਮਹਿ ਪਹੁੰਚੇ ਜੁਗ ਮਾਤ, ਇਹਨੇ ਨੂੰ ਮਹਾਰਾਜ ਸਾਹਿਬ ਪਹੁੰਚੇ, ਘੋੜੇ ਦੇ ਪਹਿਲਾਂ ਪਹੁੰਚ ਗਏ, ਮਤਾਵਾਂ ਰਥ ਦੇ ਉੱਤੇ ਪਿੱਛੇ ਆ ਰਹੀਆਂ ਸਨ, ਉਹ ਵੀ ਕੀਰਤਪੁਰ ਪਹੁੰਚ ਗਈਆਂ। ਸੂਰਜਮਲ ਕਰਨੀ ਤਬ ਆਈ, ਜਦੋਂ ਦੋਵੇਂ ਮਤਾਵਾਂ ਦਾ ਆਇਆ ਸੁਣਨਾ, ਤੇ ਬਾਬਾ ਸੂਰਜਮਲ ਦੇ ਘਰ ਵਾਲੀ ਬੀਬੀ ਖੇਮ ਕੌਰ ਉਹ ਵੀ ਆ ਗਈ ਸਤਕਾਰ ਵਾਸਤੇ ਅੱਗੇ। ਸਾਦਰ ਸਿੰਦਨ ਤੇ ਉਤਰਾਈ, ਬੜੀ ਛੇਤੀ ਆਈ ਹੈ, ਕਿਉਂਕਿ ਇੱਕ ਸੱਸ ਮਾਂ ਲੱਗਦੀ ਹੈ ਤੇ ਇੱਕ ਦਰਾਣੀ ਲੱਗਦੀ ਹੈ। ਮਾਤਾ ਨਾਨਕੀ ਜੀ ਵੀ ਸੱਸ ਮਾਂ ਲੱਗਦੇ ਨੇ, ਮਾਤਾ ਗੁਜਰੀ ਜੀ ਦਰਾਣੀ ਲੱਗਦੇ ਨੇ। ਬਾਬਾ ਸੂਰਜਮਲ ਦੇ ਘਰੋਂ ਜੋ ਬੀਬੀ ਹੈ ਖੇਮ ਕੌਰ, ਮਹਾਤਮਾ ਅੱਗੇ ਸਤਕਾਰ ਵਾਸਤੇ ਆਏ ਵੀ ਆਓ ਉਤਰੋ ਰਥਾਂ ਤੋਂ, ਘਰ ਵਿੱਚ ਪ੍ਰਵੇਸ਼ ਕਰੋ। ਘਰ ਸੋ ਮਿਲੀ ਜਠਾਨ ਦੇਰਾਨੀ, ਜਠਾਣੀ ਤੇ ਦਰਾਣੀ, ਮਾਤਾ ਗੁਜਰੀ ਜੀ ਤੇ ਬਾਬਾ ਸੂਰਜਮਲ ਜੀ ਦੀ ਘਰ ਵਾਲੀ, ਦੋਵੇਂ ਇੱਕ ਦੂਜੇ ਦੇ ਨਾਲ ਗਲ ਦੇ ਵਿੱਚ ਲੈ ਕੇ ਇੱਕ ਦੂਜੇ ਨੂੰ ਮਿਲੀਆਂ, ਬਹੁਤ ਪਿਆਰ ਸਤਿਕਾਰ ਦਿੱਤਾ। ਗੁਜਰੀ ਵਾਂ ਕੇ ਪਗ ਲਪਟਾਨੀ, ਤੇ ਮਾਤਾ ਗੁਜਰੀ ਜੀ ਭਾਵੇਂ ਗੁਰਾਂ ਦੇ ਮਹਿਲ ਨੇ, ਪਰ ਫੇਰ ਵੀ ਜੋ ਮਰਿਆਦਾ ਕਾਇਮ ਰੱਖਣ ਲਈ ਆਪਣੇ ਤੋਂ ਕਿੰਨਾ ਹੀ ਵੱਡੇ ਥਾਂ ਤੇ ਸੀ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਤੋਂ ਵੱਡੇ ਬਾਬਾ ਅਟਲ ਰਾਏ ਜੀ, ਉਹਨਾਂ ਤੋਂ ਵੱਡੇ ਬਾਬਾ ਅਣੀ ਰਾਏ ਜੀ, ਤੇ ਉਹਨਾਂ ਤੋਂ ਵੱਡੇ ਬਾਬਾ ਸੂਰਜਮਲ ਜੀ, ਆਪਣੇ ਤੋਂ ਚੌਥੇ ਥਾਂ ਦੇ ਵੱਡੇ ਬਾਬੇ ਦੇ ਘਰੋਂ ਜਾਣ ਕੇ ਆਪਣੀ ਜਠਾਣੀ ਸਤਿਕਾਰਯੋਗ ਜਾਣ ਕੇ ਉਹਦੇ ਚਰਨਾਂ ਤੇ ਮਾਤਾ ਗੁਜਰੀ ਜੀ ਨੇ ਨਮਸਕਾਰ ਕੀਤੀ। ਘਰ ਅੰਤਰ ਲੈ ਜਾਏ ਬਿਠਾਈ, ਤੇ ਲਿਆ ਕੇ ਮਾਤਾਵਾਂ ਨੂੰ ਘਰ ਦੇ ਵਿੱਚ ਬਿਠਾ ਦਿੱਤਾ। ਮਸਤਕ ਟੇਕ ਤੇ ਆਨੰਦ ਪਾਈ, ਮੱਥਾ ਟੇਕ ਕੇ ਬਹੁਤ ਆਨੰਦਿਤ ਹੋਈ ਮਾਤਾ ਗੁਜਰੀ ਜੀ। ਬਾਬੇ ਸੂਰਜਮਲ ਦੇ ਘਰੋਂ ਬੀਬੀ ਨੇ ਵੀ ਮਾਤਾ ਨਾਨਕੀ ਜੀ ਨੂੰ ਨਮਸਕਾਰ ਕੀਤੀ, ਸੱਸ ਮਾਂ ਹੀ ਲੱਗਦੇ ਹਨ। ਅਪਰ ਪ੍ਰਸੰਗ ਬਖਾਨੋ ਕਹਾ, ਬੈਠਦੇ ਆ ਬੜੀ ਖੁਸ਼ੀ ਹੋਈ, ਬਚਨ ਬਲਾਸ ਚੱਲ ਗਏ, ਹੋਰ ਗੱਲਾਂ ਬਾਤਾਂ ਚੱਲ ਪਈਆਂ। ਉੱਪਰ ਪ੍ਰਸੰਗ ਬਖਾਨੋ ਕਹਾਂ,
ਕਹਿੰਦੇ ਕਵੀ ਜੀ ਕਹਿੰਦੇ ਹੋਰ ਮੈਂ ਉਹ ਖੁਸ਼ੀ ਦੇ ਸਮੇਂ ਨੂੰ ਹੋਰ ਕਿਵੇਂ ਪ੍ਰਸੰਗ ਵਿੱਚ ਕਹਿਣਾ ਕਰਾਂ। ਸੇਵਾ ਕਰਤ ਭਏ ਸਭ ਤਾਂ ਮਹਾ। ਬਸ ਗੱਲ ਕੀ ਹੈ ਵੀ ਕੀਰਤਪੁਰ ਸਾਹਿਬ ਦੇ ਵਿੱਚ ਜਦੋਂ ਮਹਾਰਾਜ ਜੀ ਆਏ ਨੇ ਤੇ ਸਭ ਤਰ੍ਹਾਂ ਕਰਕੇ ਮਹਾਰਾਜ ਦਾ ਪਰਿਵਾਰ ਸਿੱਖ ਸੰਗਤ ਬਹੁਤ ਭਾਵਨਾ ਨਾਲ ਸੇਵਾ ਕਰ ਰਹੀ ਹੈ। ਅਦਕ ਸਨੇਹ ਵਧਾਵਨ ਕੀਨ। ਦੋਵਾਂ ਪਾਸਿਆਂ ਤੋਂ ਬਹੁਤਾ ਹੀ ਇੱਕ ਦੂਜੇ ਨਾਲ ਸਨੇਹ ਪ੍ਰੇਮ ਵਧਾਇਆ ਹੈ, ਖੁਸ਼ ਹੋ ਕੇ ਮਿਲੇ ਹਨ। ਫਿਰ ਬਿਸਰੇ ਮਿਲ ਕੇ ਸੁਖ ਲੀਨ। ਚਿਰਾਂ ਦੇ ਵਿਛੜੇ ਸੀ ਨਾ, ਜਦੋਂ ਦੇ ਮਹਾਰਾਜ ਪਟਨੇ ਸਾਹਿਬ ਵੱਲ ਨੂੰ ਪੂਰਬ ਵੱਲ ਨੂੰ ਚਲੇ ਗਏ, ਬਸ ਉਦੋਂ ਦਾ ਹੀ ਵਿਛੋੜਾ ਸੀ। ਤੇ ਹੁਣ ਬਹੁਤ ਲੰਮੇ ਸਮੇਂ ਬਾਅਦ ਜਦੋਂ ਮਿਲੇ ਹਨ, ਮਿਲ ਕੇ ਬਹੁਤ ਖੁਸ਼ੀ, ਬਹੁਤ ਹੀ ਪ੍ਰੇਮ ਵਧਾਇਆ ਹੈ ਤੇ ਸੁਖ ਮੰਨਿਆ ਹੈ। ਅਨੇਕ ਪ੍ਰਕਾਰ ਆਹਾਰ ਕਰਾਏ। ਅਨੇਕਾਂ ਤਰ੍ਹਾਂ ਦੇ ਭੋਜਨ ਮਹਾਰਾਜ ਦੇ ਲਈ ਛਕਣ ਲਈ ਤਿਆਰ ਕਰਵਾਏ। ਪ੍ਰੇਮ ਸਹਿਤ ਕਹਿ ਕਰ ਅਚਵਾਏ। ਪ੍ਰੇਮ ਨਾਲ ਕਹਿ ਕਹਿ ਕੇ ਛਕਵਾਏ ਕਿ ਛਕੋ। ਕਹਿੰਦੇ ਵੀ ਨਹੀਂ ਬਸ ਇੰਨੀ ਕੀ ਲੋੜ ਹੈ, ਕਹਿੰਦੇ ਨਾ ਬੜੇ ਚਿਰ ਪਿੱਛੋਂ ਆਇਆ, ਹੋਰ ਛਕਣਾ ਪਵੇਗਾ। ਜਥਾ ਜੋਗ ਮਿਲ ਸਭ ਪਰਿਵਾਰੂ। ਆ ਜਥਾ ਜੋਗ ਸਾਰਾ ਪਰਿਵਾਰ ਇੱਕ ਦੂਜੇ ਨੂੰ ਮਿਲਿਆ। ਬਾਟ ਗੁਰ ਦਿਸ ਤੇ ਹਿਰਦੇ ਖੰਭਾਰੂ। ਤੇ ਫੇਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਬਲਾਸ ਚੱਲ ਪਏ। ਉਹਨਾਂ ਦੇ ਜਦੋਂ ਬਚਨ ਚੱਲੇ ਵੀ ਉਹ ਦਿੱਲੀ ਕੈਦ ਵਿੱਚ ਗਏ ਨੇ, ਤਾਂ ਦਿਲ ਵਿੱਚ ਖੋਭ ਜੀ ਹੈ, ਦਿਲ ਦੇ ਵਿੱਚ ਬਹੁਤਾ ਇੱਕਦਮ ਹੀ ਸੰਕਟ ਜਿਹਾ, ਸ਼ੋਭ ਜਿਹਾ ਹੋਇਆ, ਦੁੱਖ ਜਿਹਾ ਹੋਇਆ ਦੋਵਾਂ ਪਾਸਿਆਂ ਦੇ। ਗਏ ਆਪ ਤੁਰ ਕੇ ਸਰਪਾਸ। ਆ ਵੇਖੋ ਬਚਨ ਕਰਦੇ ਨੇ ਵੀ ਮਹਾਰਾਜ ਆਪ ਹੀ ਚੱਲ ਕੇ ਦਿੱਲੀ ਚਲੇ ਗਏ ਹਨ ਗੁਰੂ ਤੇਗ ਬਹਾਦਰ ਸਾਹਿਬ। ਕਰਿਓ ਚਾਹੇ ਚਿਤ ਦੁਸ਼ਟ ਬਿਨਾਸ਼। ਆ ਧਰਤੀ ਤੋਂ ਕਹਿੰਦੇ ਦੁਸ਼ਟਾਂ ਦਾ ਨਾਸ਼ ਹੀ ਕਰਨਾ ਚਾਹੁੰਦੇ ਹਨ। ਕਰੇ ਫਿਕਰ ਜੇ ਜਿਗਰ ਕਨੇਰੇ। ਆ ਕਰੇ ਫਿਕਰ ਕੇ ਜ਼ਿਕਰ ਕਨੇਰੇ ਵੇ। ਫਿਕਰ ਫਾਕੇ ਦੇ ਜੋ ਬਚਨ ਬਲਾਹ ਜਦੋਂ ਮਾਈਆਂ ਬੈਠਦੀਆਂ, ਦੋਵਾਂ ਪਾਸੇ ਦੁੱਖ ਸੁੱਖ ਜਿਹਾ ਸਾਂਝਾ ਕਰਦੀਆਂ, ਐਵੇਂ ਬੜਾ ਜ਼ਿਕਰ ਜਿਹਾ ਫਿਕਰ ਜਿਹਾ ਕੀਤਾ ਹੈ। ਸੋਪਤ ਜਥਾ ਸੁਖ ਨਿਸ ਬੜ ਹੀਰੇ। ਆ ਭਜਨ ਬਲਾਸ ਕਰਦੇ ਆ, ਰਾਤ ਬਹੁਤ ਵੱਡੀ ਹੋ ਗਈ, ਅੱਧੀ ਰਾਤ ਹੀ ਆ ਗਈ। ਗੱਲਾਂ ਕਰਦੇ ਆ, ਕਹਿੰਦੇ ਪਤਾ ਹੀ ਨਹੀਂ ਲੱਗਾ, ਫੇਰ ਸੁੱਤੇ ਹਨ ਸੁਖ ਲੈਣ ਹਿੱਤ। ਜਾਗੇ ਸਭ ਪ੍ਰਭਾਤ ਹੋਇਆਈ। ਅੰਮ੍ਰਿਤ ਵੇਲੇ ਜਾਗੇ ਉਸੇ ਵੇਲੇ ਹੀ ਹੈ, ਸੁੱਤੇ ਤਾਂ ਦੇਰ ਦੇ ਨਾਲ ਹਨ, ਫੇਰ ਅੰਮ੍ਰਿਤ ਵੇਲੇ ਪਹਿ ਰਾਤ ਰਹਿੰਦੀ ਤੋਂ ਜਾਗ ਪਏ। ਸੋਚ ਸਨਾਨ ਠਾਨ ਗੋਸਾਈ। ਸਰੀਰ ਦੀ ਕਿਰਿਆ ਮਹਾਰਾਜ ਨੇ ਸੋਧੀ, ਸਿੱਖ ਸੇਵਕਾਂ ਨੇ ਫਿਰ ਇਸ਼ਨਾਨ ਕੀਤਾ। ਚਾਹਿਓ ਚੜਨ ਜਬ ਮੈਂ ਸਭ ਮਿਲ ਆਏ। ਆ ਜਦੋਂ ਫਿਰ ਮਹਾਰਾਜ ਤਿਆਰ ਹੋਏ ਤੇ ਚਾਹੁੰਦੇ ਆ ਵੀ ਹੁਣ ਆਪਾਂ ਆਨੰਦਪੁਰ ਸਾਹਿਬ ਨੂੰ ਅੱਜ ਚਲੇ ਹੀ ਜਾਈਏ। ਜਦੋਂ ਤੁਰਨ ਲੱਗੇ ਤਾਂ ਸਾਰੇ ਹੀ ਕੀਰਤਪੁਰ ਦੇ ਸਿੱਖ ਸੇਵਕ ਤੇ ਜੋ ਬਾਬੇ ਸੂਰਜਮਲ ਦਾ ਪਰਿਵਾਰ ਚੱਲ ਕੇ ਆ ਗਿਆ। ਆਜ ਨਾ ਜਾਣ ਦੇ ਅਗਵਾਏ। ਕਹਿਣ ਲੱਗੇ ਮਹਾਰਾਜ ਅੱਜ ਨਹੀਂ ਜਾਣ ਦੇਣਾ, ਹਜੇ ਤਾਂ ਰਾਤ ਆਏ ਤੁਸੀਂ, ਕਿੰਨਾ ਕੁ ਚਿਰ ਆਪਾਂ ਮਿਲੇ ਐ, ਅੱਜ ਤਾਂ ਤੁਹਾਨੂੰ ਆਪਣੇ ਕੋਲ ਹੀ ਰੱਖਣਾ ਹੈ। ਵਾਸ ਕਰੋ ਸੁਭ ਥਾਨ ਨਿਹਾਰੋ। ਆ ਇੱਥੇ ਕੀਰਤਪੁਰੀ ਅੱਜ ਦਾ ਦਿਨ ਤੁਸੀਂ ਨਿਵਾਸ ਰੱਖੋ, ਨਾਲੇ ਬੜੀ ਸੋਹਣੀ ਪੁਰੀ ਹੈ ਕੀਰਤਪੁਰ ਸਾਹਿਬ, ਇਹਦੇ ਦਰਸ਼ਨ ਦੀਦਾਰ ਕਰਿਓ। ਆਪਨ ਬੜਨ ਕੀ ਪੁਰੀ ਵਿਚਾਰੋ। ਇਹ ਤੁਹਾਡੇ ਵੱਡਿਆਂ ਦੀ ਪੁਰੀ ਹੈ, ਆਪਣੇ ਬਜ਼ੁਰਗਾਂ ਦਾ ਥਾਂ ਜਾਣਨਾ ਕਰੋ। ਸ੍ਰੀ ਹਰਿ ਰਾਏ ਬਾਗ ਲਗਵਾਇਓ। ਆ ਨਾਲੇ ਆਪਾਂ ਸੈਰ ਕਰਾਂਗੇ। ਗੁਰੂ ਹਰਿ ਰਾਏ ਸਾਹਿਬ ਜੀ ਨੇ ਬਾਗ ਲਵਾਇਆ ਇੱਥੇ 7ਵੇਂ ਪਾਤਸ਼ਾਹ ਨੇ, ਰਿਸ਼ਤੇ ਵਿੱਚ 10ਵੇਂ ਪਾਤਸ਼ਾਹ ਉਹਨਾਂ ਦੇ ਵੀ ਚਾਚਾ ਜੀ ਲੱਗਦੇ ਸਨ। ਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਸ੍ਰੀ ਹਰਿ ਰਾਏ ਬਾਗ ਲਗਵਾਇਓ, ਵੀ ਗੁਰੂ ਹਰਿ ਰਾਏ ਸਾਹਿਬ ਜੀ ਨੇ ਜੋ ਬਾਗ ਲਵਾਇਆ ਹੈ। ਨਾਨਾ ਰੀਤ ਸਾਥ ਸੁਧਰਾਇਓ। ਵਾਹਿਗੁਰੂ ਇਹ ਗਲਤੀ ਸੁਧਾਰਨੀ। ਰਿਸ਼ਤੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਤੇ ਗੁਰੂ ਹਰਿ ਰਾਏ ਸਾਹਿਬ ਜੀ ਭਰਾਤਾ ਜੀ ਲੱਗਦੇ ਸਨ। ਸੋ ਇਸ ਪ੍ਰਕਾਰ ਦੇ ਨਾਲ ਸ੍ਰੀ ਹਰਿ ਰਾਏ ਬਾਗ ਲਗਵਾਇਓ, ਵੀ 7ਵੇਂ ਪਾਤਸ਼ਾਹ ਤੁਹਾਡੇ ਭਰਾਤਾ ਜੀ ਨੇ ਇੱਥੇ ਵੱਡੇ ਭਾਈ ਨੇ ਬਾਗ ਲਵਾਇਆ ਹੈ, ਉਹ ਵੇਖਾਂਗੇ ਆਪਾਂ ਕੱਲ। ਨਾਨਾ ਰੀਤ ਸਾਧ ਸੁਧਰਾਇਓ। ਕਹਿੰਦੇ ਨਾਨਾ ਤਰ੍ਹਾਂ ਕਰਕੇ ਬੜਾ ਸੁਧਾਰਿਆ, ਬੜਾ ਸੋਹਣਾ ਬਣਾਇਆ ਹੋਇਆ। ਕਈ ਤਰ੍ਹਾਂ ਦੇ ਫਲਦਾਰ ਬੂਟੇ ਨੇ, ਫੁੱਲ ਲੱਗੇ ਨੇ, ਜੜੀਆਂ ਬੂਟੀਆਂ, ਕਿਉਂਕਿ ਬਾਗ ਮਹਾਰਾਜ ਨੇ ਲਵਾਇਆ ਸੀ। ਇੱਕ ਤਾਂ ਵਾਤਾਵਰਣ ਦੀ ਸ਼ੁੱਧੀ ਰਹੇ, ਦੂਸਰਾ ਬਹੁਤ ਵੱਡਾ ਦਵਾਖਾਨਾ ਖੋਲ੍ਹਿਆ ਸੀ ਗੁਰੂ ਹਰਿ ਰਾਏ ਸਾਹਿਬ ਨੇ ਕੀਰਤਨਪੁਰ ਸਾਹਿਬ। ਤੇ ਉਹਦੇ ਵਾਸਤੇ ਬਹੁਤ ਜੜੀ ਬੂਟੀਆਂ ਦੀ ਲੋੜ ਹੁੰਦੀ ਸੀ, ਵੀ ਲੋਕਾਂ ਨੂੰ ਮੁਫਤ ਦਵਾ ਦਾਰੂ ਉਹਨਾਂ ਦਾ ਕਰਦੇ ਸਨ। ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ 52 ਬਾਗ ਕਹਿੰਦੇ ਲਵਾਏ ਸੀ ਕੀਰਤਪੁਰ ਦੇ ਆਲੇ ਦੁਆਲੇ, ਜਿਨ੍ਹਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਕਿਸਮਾਂ ਦੀਆਂ ਜੜੀ ਬੂਟੀਆਂ ਤੇ ਕਈ ਤਰ੍ਹਾਂ ਦੇ ਦਰਖਤ ਲਵਾਏ ਹੋਏ ਸਨ।
ਆ ਗੁਲਾਬ ਦਾਸ ਤੇ ਗੁਲਾਬ ਰਾਏ ਦੇ ਸ਼ਿਆਮ ਦਾਸ ਕਹਿੰਦੇ ਮਹਾਰਾਜ ਆਪਾਂ ਕੱਲ ਮਿਲ ਕੇ ਉਹਦੇ ਵਿੱਚ ਸੈਰ ਸਪਾਟਾ ਕਰਾਂਗੇ, ਅੱਜ ਇੱਥੇ ਹੀ ਰਹੋ। ਕਰਹੁ ਬਿਲੋਕਨ ਆਨੰਦ ਦੇ ਹੈ। ਤੇ ਫਿਰ ਨਾਨਾ ਰੀਤ ਸਾਥ ਸੁਧਰਾਇਓ, ਕਰੋ ਬਿਲੋਕਨ ਆਨੰਦ ਦੇ ਹੈ। ਵੇਖੋਗੇ ਤਾਂ ਤੁਹਾਨੂੰ ਬਹੁਤ ਖੁਸ਼ੀ ਮਿਲੇਗੀ। ਤਰਵਰ ਸਫਲ ਫੂਲ ਬਿਗਸੇ ਹੈ। ਫੁੱਲਾਂ ਵਾਲੇ ਬੂਟੇ ਨੇ, ਫਲਦਾਰ ਦਰਖਤ ਹਨ। ਗੁਰੂ ਪਿਤਾਮਾ ਕੋ ਸੁਭ ਥਾਨ। ਫਿਰ ਤੁਹਾਡੇ ਗੁਰੂ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਥਾਨ ਇੱਥੇ ਪਤਾਲਪੁਰੀ ਬਣਿਆ ਏ, ਉਹ ਦਰਸ਼ਨ ਕਰਿਓ। ਦਰਸ਼ਨ ਕਰੋ ਬੰਦਨਾ ਠਾਨ। ਦਰਸ਼ਨ ਕਰਕੇ ਉੱਥੇ ਵੀ ਬੰਦਨਾ ਕਰਿਓ ਗੁਰੂ ਹਰਗੋਬਿੰਦ ਸਾਹਿਬ ਦੇ ਦਿਹਰੇ ਤੇ। ਸ੍ਰੀ ਗੁਰ ਦਿੱਤਾ ਤੁਮਰੋ ਤਾਇਆ। ਫਿਰ ਸ੍ਰੀ ਬਾਬਾ ਗੁਰਦਿੱਤਾ ਜੀ ਜੋ ਤੁਹਾਡੇ ਵੱਡੇ ਤਾਇਆ ਜੀ ਹਨ। ਗਿਰ ਪਰ ਉੱਚੇ ਥਾਨ ਸੁਹਾਇਆ। ਪਹਾੜ ਦੇ ਉੱਚੇ ਥਾਂ ਦੇ ਉੱਤੇ, ਉੱਚੇ ਪਹਾੜ ਤੇ ਉਹਨਾਂ ਦਾ ਵੀ ਸਥਾਨ ਬਣਿਆ ਹੋਇਆ, ਬੜਾ ਸੋਹਣਾ ਫੱਬ ਰਿਹਾ ਹੈ। ਸਭ ਥਲ ਹੈ ਅਵਲੋਕਨ ਜੋਗ। ਬਾਕੀ ਹੋਰ ਵੀ ਸਾਰੇ ਥਾਂ ਵੇਖਣ ਯੋਗ ਨੇ। ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਸਥਾਨ ਚਰਨ ਕਬਲ ਹੈ, ਉਹਦੇ ਦਰਸ਼ਨ ਕਰਿਓ। ਬਾਬੇ ਸ੍ਰੀ ਚੰਦ ਦੀਆਂ ਨਿਸ਼ਾਨੀਆਂ ਰੱਖੀਆਂ ਨੇ। ਗੁਰੂ ਹਰਗੋਬਿੰਦ ਸਾਹਿਬ ਦਾ ਸਥਾਨ ਹੈ, ਬੁੱਢਣ ਸ਼ਾਹ ਦਾ ਸਥਾਨ, ਬਾਬੇ ਗੁਰਦਿੱਤੇ ਜੀ ਦਾ ਸਥਾਨ ਹੈ, ਬਾਗ ਬਗੀਚੇ ਨੇ। ਹੋਰ ਮਹਾਰਾਜ ਬੜਾ ਕੁਝ ਹੈ, ਆਪ ਜੀ ਦੇਖਿਓ ਇੱਥੇ ਅੱਜ ਰਹਿ ਕੇ। ਤੁਮਹਿ ਪੇਖੇ ਕੀਰਤਪੁਰ ਲੋਗ। ਨਾਲੇ ਤੁਹਾਨੂੰ ਇਸ ਬਹਾਨੇ ਨਾਲ ਜਦੋਂ ਤੁਸੀਂ ਅਸਥਾਨਾਂ ਦੀ ਯਾਤਰਾ ਕਰੋਗੇ, ਕੀਰਤਪੁਰ ਦੇ ਲੋਕ ਤੁਹਾਨੂੰ ਵੇਖਣਗੇ, ਤੁਹਾਡੇ ਦਰਸ਼ਨ ਕਰਨ ਦਾ ਉਹਨਾਂ ਨੂੰ ਮਹਾਰਾਜ ਅਵਸਰ ਮਿਲੇਗਾ। ਇਤਿਆਦਕ ਕਹਿ ਕਰ ਅਮਰਦ ਸਾਦਰ। ਇਸ ਤਰ੍ਹਾਂ ਬੜੇ ਪਿਆਰ ਦੇ ਬਚਨ ਕਹਿ ਦੇ ਤੇ ਬੜੇ ਸਤਿਕਾਰ ਦੇ ਨਾਲ। ਰਾਖੇ ਸੁਤ ਸ੍ਰੀ ਤੇਗ ਬਹਾਦਰ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਆਪਣੇ ਕੋਲ ਹੀ ਰੱਖ ਲਿਆ ਵੀ ਮਹਾਰਾਜ ਨਾ ਅੱਜ ਨਹੀਂ ਜਾਣ ਦੇਣਾ, ਅੱਜ ਦਾ ਦਿਨ ਇੱਥੇ ਹੀ ਰਹੋ। ਤੇ ਸਤਿਗੁਰੂ ਸਾਹਿਬ ਬੇਨਤੀ ਮੰਨ ਕੇ ਠਹਿਰ ਗਏ। ਫਿਰ ਇੱਕ ਦਿਨ ਹੋਰ ਵੀ ਚਲੋ ਕੀਰਤਪੁਰੀ ਨਿਵਾਸ ਰੱਖਦੇ। ਲਖਨੌਰ ਤੋਂ ਜਦੋਂ ਚੱਲੇ ਸੀ, ਰਾਹ ਦੇ ਵਿੱਚ ਨਹੀਂ ਰੁਕੇ ਦਿਨ ਦੇ ਸਮੇਂ। ਕੀਰਤਪੁਰ ਆ ਕੇ ਆਪਣਾ ਪਰਿਵਾਰ ਪ੍ਰੇਮ ਤੇ ਫਿਰ ਮਹਾਰਾਜ ਨੇ ਬਚਨ ਵੀ ਕਿਹਾ ਹੈ ਨਾ ਵੀ ਗੁਲਾਬ ਰਾਏ ਸ਼ਿਆਮ ਦਾਸ ਤੁਹਾਨੂੰ ਅਸੀਂ ਆਪਣੇ ਨਾਲ ਮੇਲ ਹੀ ਲੈਣਾ ਹੈ, ਉਹਨਾਂ ਨੂੰ ਮੇਲਣਾ ਵੀ ਹੈ। ਤੇ ਸਤਿਗੁਰੂ ਸਾਹਿਬ ਜੀ ਉਹਨਾਂ ਦੇ ਨਾਲ ਬਚਨ ਬਿਲਾਸ ਕਰਨ ਹਿੱਤ ਉੱਥੇ ਠਹਿਰ ਗਏ ਹਨ। ਕੀਰਤਪੁਰ ਸਾਹਿਬ ਦੀ ਯਾਤਰਾ ਕਰਦੇ ਨੇ, ਵੱਡੇ ਸਤਿਗੁਰਾਂ ਦੇ ਅਸਥਾਨ ਨਿਹਾਰਨਗੇ। ਬਾਬਾ ਗੁਰਦਿੱਤਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਦੇ ਨਾਲ ਇਹ ਨਗਰੀ ਵਸਾਈ ਸੀ। ਸੋ ਸਤਿਗੁਰੂ ਮਹਾਰਾਜ ਜਿਵੇਂ ਆਨੰਦਪੁਰ ਸਾਹਿਬ ਨੂੰ ਕੱਲ ਪਹੁੰਚ ਕੇ ਆਨੰਦਾਂ ਦੀ ਪੁਰੀ 'ਚ ਪ੍ਰਵੇਸ਼ ਕਰਨਗੇ। ਉਧਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਲੋਹ ਪਿੰਜਰੇ ਵਿੱਚ ਕੈਦ ਕੀਤਾ ਗਿਆ। ਜਿਵੇਂ ਮਹਾਰਾਜ ਸਾਹਿਬ ਜੀ ਦੇ ਕੋਲ ਸਿੱਖ ਗਿਆ, ਸੁਨੇਹਾ ਲੈ ਕੇ ਫਿਰ ਵਾਪਸ ਆਨੰਦਪੁਰ ਆਉਂਦਾ। ਜਿਹੜੇ ਆਪਾਂ ਸ਼ਲੋਕ ਭੋਗ ਦੇ ਸਮੇਂ ਸਰਵਣ ਕਰਦੇ ਹਾਂ, ਵਾਰਾਂ ਤੇ ਵਧੀਕ ਬਾਣੀ ਦੇ ਅੰਦਰ ਨਾਵੇਂ ਸਤਿਗੁਰਾਂ ਦੇ, ਉਹ ਸਾਰੇ ਹੀ ਮਹਾਰਾਜ ਨੇ ਲੋਹੇ ਦੇ ਪਿੰਜਰੇ ਦੇ ਵਿੱਚ ਖਲੋਤਿਆਂ ਹੋਇਆਂ ਸਾਧ ਸੰਗਤ ਕਾਗਦ ਕਲਮ ਲੈ ਕਰਕੇ ਉਪਦੇਸ਼ ਦੇਣ ਹਿੱਤ ਲਿਖੇ ਸਨ। ਇਹ ਵੀ ਅੱਗੇ ਸਾਖੀ ਸਾਰੀ ਆ ਹੀ ਜਾਣੀ ਹੈ। ਫਿਰ ਇੱਕ ਸ਼ਲੋਕ ਜਿਹੜਾ ਹੈ, ਜਿਵੇਂ 10ਵੇਂ ਪਾਤਸ਼ਾਹ ਨੇ ਵੀ ਉੱਤਰ ਵਜੋਂ ਲਿਖ ਕੇ ਭੇਜਿਆ ਸੀ, ਉਹ ਵੀ ਪ੍ਰਸੰਗ ਆਪਾਂ ਅੱਗੇ ਸਰਵਣ ਕਰਾਂਗੇ। ਸਤਿਗੁਰਾਂ ਦੇ ਸ਼ਹੀਦੀ ਦੇ ਪ੍ਰਸੰਗ ਆ ਰਹੇ ਹਨ ਨੇੜੇ ਹੀ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਜੀਵਨ ਦੇ 8 ਪ੍ਰਸੰਗ, 8 ਸਾਖੀਆਂ ਰਹਿ ਗਈਆਂ ਹਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਰਹਿਮਤਾਂ ਵਰਸਾਉਣ, ਕਿਰਪਾ ਕਰਨ। ਸਤਿਗੁਰਾਂ ਦੀ ਪਵਿੱਤਰ ਕਥਾ ਕਹਿੰਦਿਆਂ ਸੁਣਦਿਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਗੁਰੂ ਸਾਹਿਬ ਤੇ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਸਭ ਥਲ ਹੈ ਅਵਲੋਕਨ ਜੋਗ। ਤੁਮਹਿ ਪਿਖੈ ਕੀਰਤਪੁਰ ਲੋਗ। ਇਤਿਆਦਕ ਕਹਿ ਕਰ ਮਿਰਦ ਸਾਦਰ। ਰਾਖੇ ਸੁਤ ਸ੍ਰੀ ਤੇਗ ਬਹਾਦਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੋਬਿੰਦ ਹੈ ਗੋਪਾਲ ਹੈ ਦਇਆਲ ਲਾਲ। ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਏ ਸਮਰਾਥ ਅਗਮ ਪੂਰਨ ਮੋਹਿ ਮਇਆ ਤਾਰ। ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ
ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਨਹਿ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦ ਵਾਹਿਗੁਰੂ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦ ਵਾਹਿਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।